ਬਚਿੰਤ ਕੌਰ ਦੀ ਸਵੈ ਜੀਵਨੀ ਹੈ ਪੱਗ ਡੰਡੀਆਂ। ਪਹਿਲਾ ਅੰਗ। ਮੈਨੂੰ ਨਹੀਂ ਸੁੱਝਦਾ ਕਿ ਮੈਂ ਆਪਣੀ ਜੀਵਨ ਗਾਥਾ ਕਿੱਥੋਂ ਸ਼ੁਰੂ ਕਰਾਂ। ਆਪਣੇ ਵਿਆਹ ਤੋਂ, ਆਪਣੇ ਜਨਮ ਤੋਂ, ਜਾਂ ਫਿਰ ਜਿਸ ਅਵਸਥਾ 'ਚ ਮੈਂ ਆ ਪਹੁੰਚੀ ਹਾਂ ਉੱਥੋਂ। ਸੱਚ ਜਾਣਿਓ, ਆਪਣੇ ਜਨਮ ਦਾ ਮੈਨੂੰ ਕੁਝ ਸਹੀ ਗਿਆਨ ਨਹੀਂ। ਮੇਰੇ ਸਰਟੀਫਿਕੇਟਾਂ 'ਚ ਜੋ ਤਰੀਕ, ਮਹੀਨਾ ਤੇ ਸੰਨ ਹੈ ਉਹ 8 ਫਰਵਰੀ 1940 ਹੈ, ਪਰ ਇਹ ਸਰਾਸਰ ਗਲਤ ਤਰੀਕ, ਗਲਤ ਮਹੀਨਾ ਤੇ ਗਲਤ ਹੀ ਸੰਨ ਹੈ। ਕਿਸੇ ਪੱਥਰ ਦੀ ਕੀ ਕੋਈ ਜਨਮ ਤਿਥੀ ਯਾਦ ਰੱਖਦਾ ਹੈ? ਸਾਡੇ ਦੇਸ਼ ਵਿੱਚ ਤਾਂ ਉਂਝ ਵੀ ਜਨਮ ਦਿਨ ਘੱਟ ਵੱਧ ਹੀ ਮਨਾਏ ਜਾਂਦੇ ਆ। ਫਿਰ ਕਿਸੇ ਕੁੜੀ ਦਾ ਜਨਮ ਦਿਨ, ਤੌਬਾ! ਕੁੜੀ ਦੇ ਜੰਮਣ ਦਾ ਹਰਫ ਦਾਈ ਦੇ ਬੁੱਲ੍ਹਾਂ ਤੇ ਆਉਂਦਿਆਂ ਹੀ ਘਰ ਦੇ ਹਰ ਜੀਅ ਦੇ ਅੰਦਰੋਂ ਹਾਏ ਨਿਕਲਦੀ ਹੈ, ਉਹ ਵੀ ਅਥਰੂਆਂ 'ਚ ਭਿੱਜੀ ਹੋਈ। ਫਿਰ ਮੇਰਾ ਜਨਮ ਤਾਂ ਇੱਕ ਐਸੇ ਘਰ 'ਚ ਹੋਇਆ ਜਿੱਥੇ ਧੀਆਂ ਦੀ ਧਾੜ ਪਹਿਲਾਂ ਤੋਂ ਹੀ ਬਥੇਰੀ ਸੀ। ਮੇਰੀ ਆਪਣੀ ਅੰਮੜੀ ਦੀ ਕੁੱਖੋਂ ਤਾਂ ਭਾਵੇਂ ਮੈਂ ਦਾਦੀ ਅੰਮਾਂ ਦੇ ਕਹਿਣ ਅਨੁਸਾਰ ਤੀਜਾ ਪੱਥਰ ਹੀ ਜੰਮੀ ਸੀ, ਤੀਜੀ ਕੁੜੀ, ਪਰ ਮੇਰੀ ਭੂਆ ਪਰਸੀਨੀ ਦੀਆਂ ਪੂਰੀਆਂ 8 ਧੀਆਂ ਸਨ। ਫੁੱਫੜ, ਐਬੀ, ਜੁਆਰੀਆ ਤੇ ਰੱਜ ਕੇ ਸ਼ਰਾਬੀ। ਇਸੇ ਕਰਕੇ ਦਾਦੀ ਦੀਆਂ 4 ਦੋਹਤਰੀਆਂ ਸਾਡੇ ਘਰ ਹੀ, ਸਾਡੇ ਹੀ ਪਿੰਡ ਭੜੋ ਨਾਨਕੇ ਘਰ ਪਲਦੀਆਂ ਸਨ, ਜਿਨ੍ਹਾਂ 'ਚੋਂ ਇੱਕ ਮੇਰੇ ਹਾਣ ਦੀ ਸੀ। ਖੈਰ, ਇੱਕ ਦਿਨ ਜਦੋਂ ਮੈਂ ਮੋਹ ਮੱਤੀ ਆਪਣੀ ਬੇਬੇ ਕੋਲ ਬੈਠੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਆਪਣੇ ਸਹੁਰੇ ਘਰ ਦੇ ਦੁੱਖ ਸੁੱਖ ਬੇਬੇ ਨਾਲ ਫੋਲ ਰਹੀ ਸੀ, ਤਾਂ ਮੈਂ ਬੇਬੇ ਨੂੰ ਪੁੱਛਿਆ, ਬੇਬੇ, ਤੈਂ ਮੈਨੂੰ ਕਿਸ ਤਪਦੀ ਘੜੀ ਜਨਮ ਦਿੱਤਾ ਸੀ? ਹਰ ਸਮੇਂ ਮੈਂ ਮੁਸ਼ਕਲਾਂ 'ਚ ਘਿਰੀ ਰਹਿੰਦੀ ਹਾਂ। ਉਹ ਕਿਹੜਾ ਦਿਹਾੜਾ ਸੀ, ਤਿੱਥ ਕੀ ਸੀ, ਤੇ ਮਹੀਨਾ ਤਾਂ ਜ਼ਰੂਰ ਹਾੜ ਦਾ ਹੀ ਹੋਣਾ। ਨਾ ਪੁੱਤ, ਹਾੜ ਤਾਂ ਨਹੀਂ ਸੀ। ਫਿਰ ਠੰਡੀ ਰੁੱਤ ਸੀ। ਦਿਨ ਮੇਰੀ ਜਾਣੇ ਮੰਗਲਵਾਰ ਸੀ ਜਾਂ ਸੋਮਵਾਰ। ਮੈਨੂੰ ਤਾਂ ਇੰਨਾ ਹੀ ਯਾਦ ਹੈ ਕਿ ਕੁਝ ਦਿਨਾਂ ਪਿੱਛੋਂ ਲੋਹੜੀ ਦਾ ਤਿਉਹਾਰ ਸੀ ਤੇ ਮੈਂ ਛਿਲੇ 'ਚ ਜੁਆਰ ਦੇ ਭੂਤ ਪਿੰਨੇ ਖਾ ਲਏ ਸੀ ਤੇ ਦੂਏ ਦਿਨ ਤੇਰਾ ਢਿੱਡ ਦੁਖਣੋਂ ਹੀ ਨਾ ਹਟਿਆ। ਤਾਂ ਤੇ ਬੇਬੇ ਮਹੀਨਾ ਦਸੰਬਰ ਦਾ ਅਖੀਰ ਜਾਂ ਫਿਰ ਜਨਵਰੀ ਦਾ ਸ਼ੁਰੂ ਹੋਏਗਾ। ਮੈਂ ਤਾਂ ਪੁੱਤ ਕਿਸੇ ਦਸੰਬਰ ਜਨਵਰੀ ਨੂੰ ਨਹੀਂ ਜਾਣਦੀ। ਹੁਣ ਪੋਹ ਮਾਘ ਦਾ ਹੀ ਪਾਲਾ ਸੀ ਤਾਂ ਬੇਬੇ ਮੇਰਾ ਜਨਮ ਜ਼ਰੂਰ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਦਾ ਹੀ ਹੋਏਗਾ, ਕਿਉਂਕਿ 13 ਜਨਵਰੀ ਦੀ ਲੋਹੜੀ ਹੁੰਦੀ ਹੈ ਨਾ। ਤੇ ਤੁਸੀਂ ਦੱਸਿਆ ਮੈਂ ਲੋਹੜੀ ਵਾਲੇ ਦਿਨ ਕੁਝ ਦਿਨ ਆਉਂਦੀ ਸੀ। ਬੇਬੇ, ਮੈਨੂੰ ਮਹੀਨੇ ਤੇ ਦਿਨ ਦਾ ਅੰਦਾਜ਼ਾ ਹੋ ਗਿਆ। ਹੁਣ ਤੂੰ ਮੈਨੂੰ ਬਸ ਇੱਕ ਹੋਰ ਗੱਲ ਦੱਸ ਦੇ। ਕੀ ਪੁੱਤ? ਭਲਾ ਵਕਤ ਕੀ ਹੋਏਗਾ? ਮੇਰਾ ਭਾਵ ਹੈ ਦਿਨ ਜਾਂ ਰਾਤ, ਕਿਸ ਵੇਲੇ ਦਾ ਜਨਮ ਹੈ ਮੇਰਾ? ਬਈ, ਜਦੋਂ ਤਾਂ ਪਹਿਰਾਂ ਦਾ ਹਿਸਾਬ ਕਿਤਾਬ ਲਾਉਂਦੀਆਂ ਸੀ ਬੁੜੀਆਂ, ਦਿਨ ਦਾ ਪਹਿਲਾ ਪਹਿਰ ਜਾਂ ਰਾਤ ਦਾ ਦੂਜਾ ਪਹਿਰ, ਘੜੀਆਂ ਤਾਂ ਪਿੰਡਾਂ ਥਾਵਾਂ 'ਚ ਜਦੋਂ ਕਿਸੇ ਕਹਿੰਦੇ ਕਹਾਉਂਦੇ ਦੇ ਘਰਾਂ 'ਚ ਹੀ ਹੁੰਦੀਆਂ ਸੀ। ਮੈਨੂੰ ਤਾਂ ਕੁਛ ਚੇਤੇ ਵੀ ਨਹੀਂ। ਫਿਰ ਵੀ ਬੇਬੇ, ਕੁਛ ਤਾਂ ਯਾਦ ਹੋਊਗਾ ਤੇਰੇ ਥੋੜ੍ਹਾ ਬਹੁਤ। ਉਹ ਖਾਸ ਤਾਂ ਮੈਂ ਨਹੀਂ ਜਾਣਦੀ, ਬਸ ਇੰਨਾ ਹੀ ਪਤਾ ਮੈਨੂੰ। ਪਾਲੀ ਘਰਾਂ 'ਚੋਂ ਡੰਗਰ ਵੱਛਾ ਖੋਲ ਕੇ ਚੌਣੇ 'ਚ ਰਲਾ ਰਹੇ ਸੀ, ਤਾਂ ਹੀ ਆਪਣੇ ਪਿੰਡ ਵਾਲੇ ਘਰਾਂ ਦੀ ਡੰਗਰਾਂ ਵਾਲੀ ਕੋਠੜੀ ਅੰਦਰ ਕੁਰਲੀ ਕੋਲ ਤੇਰੀ ਅੰਮਾਂ ਨੇ ਮੇਰਾ ਮੰਜਾ ਡਾਹਿਆ ਸੀ ਤੇ ਆਪ ਭੱਜੀ ਭੱਜੀ ਹੀਮਣ ਦਾਈ ਨੂੰ ਸੱਦਣ ਚਲੀ ਗਈ। ਫਿਰ ਬੇਬੇ, ਬਸ ਦਾਈ ਦੇ ਆਉਂਦਿਆਂ ਹੀ ਘੰਟੇ ਕੁ ਪਿੱਛੋਂ ਤੇਰਾ ਜਨਮ ਹੋ ਗਿਆ। ਇਹਦਾ ਮਤਲਬ ਹੋਇਆ ਮੇਰੇ ਜਨਮ ਦਾ ਸਮਾਂ ਇਹੀ ਸਵੇਰ ਸਾਰ ਦਾ ਹੀ ਹੈ। ਬੇਬੇ, ਪਾਲੀ ਕਿੰਨੇ ਵਜੇ ਡੰਗਰ ਖੋਲ੍ਹਣ ਆਉਂਦੇ ਨੇ? ਸੁਬਾਹ ਸਵੇਰੇ, ਬਸ ਦਿਨ ਚੜ੍ਹਦੇ ਸਾਰੇ। ਇਹਦਾ ਮਤਲਬ ਮੇਰਾ ਜਨਮ ਦਸੰਬਰ ਜਾਂ ਜਨਵਰੀ ਦੇ ਮਹੀਨੇ, ਦਿਨ ਸੋਮਵਾਰ ਜਾਂ ਮੰਗਲਵਾਰ, ਤੇ ਸਵੇਰੇ ਕਿਧਰੇ 9-10 ਵਜੇ ਦੇ ਕਰੀਬ ਹੋਇਆ ਹੋਏਗਾ। ਤਾਂ ਫਿਰ ਸਮਾਂ ਤਾਂ ਠੀਕ ਹੀ ਸੀ ਬੇਬੇ। ਠੀਕ ਕਾਹਦਾ ਸੀ ਪੁੱਤ? ਨਾ ਪੁੱਛ ਅੱਗੋਂ ਕੁਛ ਹੋਰ। ਤੇਰੇ ਜਨਮ ਦਾ ਸਮਾਂ ਤਾਂ ਮੇਰੇ ਲਈ ਕਹਿਰ ਭਰਿਆ ਸੀ। ਉਸ ਵੇਲੇ ਦੀ ਜੇ ਅੱਜ ਵੀ ਕਿਧਰੇ ਯਾਦ ਆ ਜਾਏ, ਮੈਂ ਲੂੰ ਕੰਬ ਜਾਂਦੀ ਹਾਂ। ਕਿਉਂ ਬੇਬੇ, ਐਸਾ ਕੀ ਹੋਇਆ ਸੀ ਮੇਰੇ ਜਨਮ ਸਮੇਂ? ਪੁੱਤ, ਤੇਰੀ ਵਾਰੀ ਘਰਦਿਆਂ ਨੂੰ ਬੜੀ ਆਸ ਸੀ ਵੀ ਇਸ ਵਾਰ ਜ਼ਰੂਰ ਰੱਬ ਕੋਈ ਚੰਗਾ ਜੀ ਦਊਗਾ। ਦਾਈ ਤੋਂ ਲੈ ਕੇ ਤੇਰੇ ਬਾਬੇ ਰਿਖੀ ਰਾਮ ਤੱਕ ਦਾ ਇਹੋ ਕਹਿਣਾ ਸੀ। ਬਾਬੇ ਰਿਖੀ ਰਾਮ ਦੀ ਕਹੀ ਗੱਲ ਕਦੇ ਝੂਠ ਨਹੀਂ ਸੀ ਹੋਈ, ਪਰ ਤੇਰੀ ਵਾਰੀ ਉਹਦੀ ਗੱਲ ਵੀ ਝੂਠ ਨਿਕਲੀ। ਤੇ ਦਾਈ ਦੇ ਮੂੰਹੋਂ ਕੁੜੀ ਦਾ ਸ਼ਬਦ ਸੁਣਦੇ ਹੀ ਤੇਰੀ ਦਾਦੀ ਨੇ ਪਿੱਟ ਪਿੱਟ ਕੇ ਆਪਣੀ ਛਾਤੀ ਲਾਲ ਕਰ ਲਈ। ਘਰ 'ਚ ਚਾਰੇ ਪਾਸੇ ਮਾਤਮ ਛਾ ਗਿਆ ਤੇ ਘਰ ਦਾ ਹਰ ਜੀਅ ਮੈਨੂੰ ਕੈਰੀ ਅੱਖ ਨਾਲ ਤੱਕਣ ਲੱਗ ਪਿਆ। ਤੇਰੀ ਅੰਮਾਂ ਨੇ ਤਾਂ ਅੰਦਰਲੀ ਡੰਗਰਾਂ ਵਾਲੀ ਕੋਠੜੀ ਦਾ ਬਾਹਰੋਂ ਕੁੰਡਾ ਹੀ ਬੰਦ ਕਰਤਾ ਤੇ ਕਈ ਦਿਨ ਮੇਰੀ ਕਿਸੇ ਨੇ ਸੁੱਧ ਹੀ ਨਾ ਲਈ ਕਿ ਮੈਂ ਅੰਦਰ ਜਿਉਂਦੀ ਵੀ ਹਾਂ ਕਿ ਮਰ ਮੁੱਕ ਗਈ ਹਾਂ। ਉਹ ਤਾਂ ਭਲਾ ਹੋਵੇ ਸਿੱਖਾਂ ਦੀ ਜਮੇਰੋ ਦਾ, ਜੋ ਤੇਰੀ ਅੰਮਾਂ ਤੋਂ ਚੋਰੀ ਚੋਰੀ ਕੋਠੇ ਉਤਲੇ ਮੋਗੇ 'ਚੋਂ ਮੈਨੂੰ ਹੇਠਾਂ ਪੌਣੇ 'ਚ ਲਪੇਟ ਕੇ ਰੋਟੀ ਸਿੱਟਦੀ ਰਹੀ। ਪਰ ਰੋਟੀ ਉਦੋਂ ਮੇਰੇ ਸੰਗੋਂ ਭਲਾ ਕਿਵੇਂ ਉਤਰ ਸਕਦੀ ਸੀ? ਨਾ ਅੰਦਰ ਕੋਈ ਦੀਵਾ, ਨਾ ਬੱਤੀ, ਨਾ ਕੋਈ ਪਾਣੀ ਦਾ ਘੁੱਟ। ਬਾਹਰੋਂ ਡਿਉਢੀ 'ਚ ਤੇਰੀ ਅੰਮਾਂ ਦਾ ਪਿੱਟ ਪਟੂਆ ਤੇ ਅੰਦਰਲੀ ਕੋਠੜੀ ਦੇ ਕੁੰਡੇ ਉੱਤੇ ਪੂਰਾ ਪਹਿਰਾ ਵੀ ਮੈਨੂੰ ਅੰਦਰ ਕੋਈ ਵੀ ਕਿਸੇ ਤਰ੍ਹਾਂ ਅਨਾਜ ਦਾ ਭੋਰਾ ਨਾ ਪਹੁੰਚੇ। ਉਹ ਕਿਉਂ? ਮੇਰੀ ਕੁੱਖੋਂ ਤੀਜੀ ਵਾਰ ਜੋ ਤੇਰੀ ਅੰਮਾਂ ਦੀ ਹਿੱਕ 'ਤੇ ਪੱਥਰ ਆ ਡਿੱਗਿਆ ਸੀ। ਤੇ ਬੇਬੇ, ਫਿਰ ਤਾਂ ਮੈਂ ਤੈਨੂੰ ਬਹੁਤ ਦੁੱਖ ਦਿੱਤਾ। ਮੈਨੂੰ ਮਾਫ਼ ਕਰੀ ਬੇਬੇ।
ਮੇਰੇ ਪਿੱਛੇ ਤੇਰੀ ਇਹ ਦੁਰਦਸ਼ਾ ਹੋਈ। ਪਰ ਬੇਬੇ ਇਸ 'ਚ ਤੇਰਾ ਕਾਹਦਾ ਕਸੂਰ ਸੀ? ਜੇ ਧੀ ਜੰਮ ਪਈ ਸੀ, ਤੀਵੀਂ ਧੀ ਜੰਮੇ ਜਾਂ ਪੁੱਤ, ਇਸ 'ਚ ਤੀਵੀਂ ਦਾ ਕੋਈ ਦੋਸ਼ ਨਹੀਂ ਹੁੰਦਾ। ਇਹ ਸਾਰੀ ਗੱਲ ਆਦਮੀ ਦੇ XY ਜਨਮਾਂ 'ਤੇ ਨਿਰਭਰ ਕਰਦੀ ਹੈ। ਪੁੱਤ ਤੀਵੀਂ ਦੀ ਤਾਂ ਹਰ ਪਾਸਿਓਂ ਕੰਬਖਤੀ ਹੈ। ਜੇ ਪੁੱਤ ਜੰਮ ਪਏ ਤਾਂ ਲੋਕ ਪਿਓ ਦਾਦੇ ਨੂੰ ਵਧਾਈਆਂ ਦੇਣ ਲੱਗਦੇ ਨੇ, ਜੰਮਣ ਵਾਲੀ ਨੂੰ ਕੋਈ ਨਹੀਂ ਪੁੱਛਦਾ। ਧੀ ਜੰਮ ਪਈ ਤਾਂ ਸਾਰਾ ਕਸੂਰ ਤੀਵੀਂ ਦਾ, ਤੇ ਸਾਰੇ ਘਰ ਦੇ ਉਸੇ ਨੂੰ ਕੋਸਣ ਲੱਗਦੇ ਆ। ਸਾਡਾ ਸਮਾਜ ਹੈ ਹੀ ਇਹੋ ਜਿਹਾ। ਪਰ ਤੇਰੀ ਅੰਮਾ ਨੇ ਤੇਰੇ ਜਨਮ ਸਮੇਂ ਜੋ ਮੇਰਾ ਹਾਲ ਕੀਤਾ, ਉਹ ਮੈਂ ਉਮਰ ਭਰ ਨਹੀਂ ਭੁੱਲਣਾ। ਉਹ ਤਾਂ ਅੰਦਰੋਂ ਅੰਦਰ ਹੀ ਮੈਨੂੰ ਤੇ ਤੈਨੂੰ ਮਾਰ ਮੁਕਾਉਣਾ ਚਾਹੁੰਦੀ ਸੀ। ਭਲਾ ਹੋਵੇ ਸੁਰਗਾਂ 'ਚ ਪਏ ਤੇਰੇ ਬਾਬੇ ਦਾਦੇ ਦਾ। ਬਹੁਤ ਭਲਾ ਆਦਮੀ ਸੀ ਉਹ। ਉਹਨੂੰ ਜਦੋਂ ਪਤਾ ਚੱਲਿਆ ਵੀ ਬੁੜੀ ਨੇ ਜੱਚਾ ਤੇ ਬੱਚਾ ਨੂੰ ਪਿਛਲੇ ਅੰਦਰ ਬੰਦ ਕਰ ਰੱਖਿਆ, ਨਾ ਅੰਨ ਨਾ ਪਾਣੀ, ਉੱਤੋਂ ਕੋਠੜੀ 'ਚ ਮੋਗੇ ਥਾਣੀ ਆਉਂਦੀ ਹਵਾ ਨੂੰ ਘੜਾ ਮੁੱਦਾ ਮਾਰ ਕੇ ਬੰਦ ਕਰਤਾ, ਤਾਂ ਉਹ ਹੱਟੀਓਂ ਭੱਜਿਆ ਆਪਣਾ ਖੁੰਡਾ ਚੁੱਕੀ ਘਰ ਆਇਆ ਤੇ ਆਉਂਦੇ ਹੀ ਉਹਨੇ ਅੰਮਾ ਨੂੰ ਝਿੜਕਦਿਆਂ ਡੰਗਰਾਂ ਵਾਲੀ ਕੋਠੜੀ ਦਾ ਕੁੰਡਾ ਖੋਲ੍ਹਿਆ। ਤਾਂ ਤੇਰੀ ਭੂਆ ਨੂੰ ਮੈਨੂੰ ਅੰਨ ਪਾਣੀ ਦੇਣ ਲਈ ਕਿਹਾ। ਕੋਠੜੀ ਅੰਦਰ ਬੋ ਉੱਭਰ ਆਈ ਸੀ। ਬੇਬੇ ਦੀ ਗੱਲ ਸੁਣਦਿਆਂ ਮੇਰੇ ਧੁਰ ਅੰਦਰੋਂ ਕਿੱਧਰੋਂ ਇੱਕ ਠਰਿਆ ਹੋਇਆ ਹੌਕਾ ਨਿਕਲਿਆ ਤੇ ਨਾਲ ਇੱਕ ਪ੍ਰਸ਼ਨ ਚਿੰਨ੍ਹ ਮੇਰੇ ਬੁੱਲ੍ਹਾਂ ਵਿੱਚੋਂ ਝੜ ਕੇ ਬੇਬੇ ਦੇ ਮੱਥੇ 'ਚ ਜਾ ਲਟਕਿਆ। ਬੇਬੇ, ਪਰ ਉਸ ਵੇਲੇ ਬਾਈ ਜੀ ਨੇ ਅੰਮਾ ਨੂੰ ਕੁਛ ਨਹੀਂ ਕਿਹਾ? ਉਹ ਕਿੱਥੇ ਸੀ? ਉਹ ਤਾਂ ਬੜੇ ਸਮਝਦਾਰ ਤੇ ਦਲੇਰ ਸ਼ਖਸ ਸਨ ਪੁੱਤ। ਉਹ ਘਰ ਹੁੰਦੇ ਤਾਂ ਐਸਾ ਵਕਤ ਕਾਹਨੂੰ ਦੇਖਣਾ ਪੈਂਦਾ। ਉਹ ਤਾਂ ਆਪਣੀ ਪਲਟਨ ਨਾਲ ਬਦਲ ਕੇ ਕਿਧਰੇ ਗੁਹਾਟੀ ਪਤਾ ਨਹੀਂ ਕਿੱਥੇ ਗਏ ਹੋਏ ਸੀ। ਉਦੋਂ ਦੂਜੀ ਵੱਡੀ ਲਾਮ ਜੋ ਲੱਗੀ ਹੋਈ ਸੀ ਤੇ ਹਰ ਪਾਸੇ ਇੱਕ ਭੈ ਛਾਇਆ ਪਿਆ ਸੀ। ਉਹ ਤਾਂ ਸਾਲ 6 ਮਹੀਨੇ ਪਿੱਛੋਂ ਕਿਧਰੇ ਪਿੰਡ ਛੁੱਟੀ ਕੱਟਣ ਆਉਂਦੇ ਹੁੰਦੇ ਸੀ। ਉਹਨਾਂ ਦੀ ਫੌਜੀ ਨੌਕਰੀ ਨੂੰ ਤਾਂ ਤੂੰ ਜਾਣਦੀ ਹੈ। ਉਹਨਾਂ ਨੇ ਸਾਰੀ ਉਮਰ ਘਰ ਤੋਂ ਦੂਰ ਰਹਿ ਕੇ ਕੱਟੀ ਹੈ। ਅੱਗੋਂ ਬੇਬੇ ਦੇ ਜਿਵੇਂ ਗਲੇਡੂ ਭਰ ਆਏ ਸੀ। ਤੇ ਮੈਂ ਇੱਕ ਗੱਲ ਹੋਰ ਜ਼ਰੂਰ ਪੁੱਛਣੀ ਚਾਹੁੰਦੀ ਸੀ, ਉਹ ਵੀ ਨਾ ਪੁੱਛੀ, ਕਿ ਬੇਬੇ ਮੈਥੋਂ ਵੱਡੀ ਤਾਂ ਮੇਰੀ ਇੱਕੋ ਭੈਣ ਹੈ ਜਸਵੰਤ। ਫਿਰ ਮੇਰੇ ਜੰਮਣ ਉੱਤੇ ਇੰਨਾ ਸ਼ੋਕ ਕਿਉਂ ਮਨਾਇਆ ਗਿਆ, ਜਦ ਕਿ ਭੂਆ ਦੀਆਂ ਪੂਰੀਆਂ 8 ਧੀਆਂ ਸੀ। ਪਰ ਬੇਬੇ ਦੀਆਂ ਅੱਖਾਂ 'ਚੋਂ ਡੱਬ ਕਿਰਦੇ ਅੱਥਰੂ ਦੇਖ ਕੇ ਮੈਂ ਅੱਗੋਂ ਉਸ ਕੋਲੋਂ ਹੋਰ ਕੁਛ ਨਾ ਪੁੱਛਿਆ। ਉਂਝ ਮੇਰੇ ਢਿੱਡ 'ਚ ਮੇਲਦਾ ਇਹ ਸਵਾਲ ਜਿਵੇਂ ਮੈਨੂੰ ਚੈਨ ਨਹੀਂ ਲੈਣ ਦੇ ਰਿਹਾ ਸੀ ਕਿ ਅੰਮਾ ਨੇ ਮੈਨੂੰ ਤੀਜਾ ਪੱਥਰ ਕਿਉਂ ਕਿਹਾ। ਬੇਬੇ ਨੇ ਝਟਕ ਪਿੱਛੋਂ ਆਪੇ ਫੇਰ ਗੱਲ ਤੋਰੀ। ਪੁੱਤ, ਤੂੰ ਤੀਜੀ ਧੀ ਜੰਮੀ ਸੀ ਮੇਰੀ, ਤੇ ਤੇਰੀ ਅੰਮਾ ਕੁੜੀਆਂ ਨੂੰ ਪੱਥਰ ਹੀ ਕਹਿੰਦੀ ਸੀ। ਪਰ ਬੇਬੇ ਭੂਆ ਦੀਆਂ 8 ਧੀਆਂ ਵਿੱਚੋਂ 4 ਨੂੰ ਅੰਮਾ ਆਪਣੇ ਕੋਲ ਪਿੰਡ ਰੱਖਦੀ ਸੀ। ਅਸੀਂ ਤਾਂ 2 ਹੀ ਭੈਣਾਂ ਸੀ, ਮੈਂ ਤੇ ਜਸਵੰਤ ਭੈਣ। ਨਹੀਂ ਪੁੱਤ, ਤੂੰ ਤੀਜੀ ਧੀ ਸੀ ਮੇਰੀ ਕੁੱਖੋਂ। ਇੱਕ ਹੋਰ ਤੇਰੇ ਨਾਲੋਂ ਸਾਲ ਭਰ ਵੱਡੀ ਸੀ। ਚੰਗੀ ਭਲੀ ਇੱਕ ਦਿਨ ਖੇਡਦੀ ਚੁਬਾਰੇ 'ਚੋਂ ਵੀਹੀ 'ਚ ਡਿੱਗ ਕੇ ਪਲਾਂ 'ਚ ਹੀ ਰੱਬ ਨੂੰ ਪਿਆਰੀ ਹੋ ਗਈ। ਉਹਦਾ ਨਾਂ ਵੀ ਬਚਿੰਤ ਹੀ ਸੀ। ਤੇ ਫਿਰ ਮੇਰਾ ਨਾਂ ਬਚਿੰਤ ਕਿਉਂ ਰੱਖਿਆ? ਤੇਰੀ ਅੰਮਾ ਨੇ। ਤਾਈਓ ਤੇਰਾ ਇਹੀ ਨਾਂ ਰੱਖਿਆ ਤਾਂ ਕਿ ਤੂੰ ਵੀ ਪਹਿਲੀ ਵਾਂਗੂ ਛੇਤੀ ਮਰ ਮੁੱਕ ਜਾਂਦੀ। ਪਰ ਹੁਣ ਤੂੰ ਕਾਹਨੂੰ ਇਹ ਭੈੜੀਆਂ ਗੱਲਾਂ ਛੇੜ ਬੈਠੀ ਆ? ਮਾੜੇ ਬੋਲ ਨਹੀਂ ਕੱਢਣੇ ਚਾਹੀਦੇ ਪੁੱਤ ਮੂੰਹੋਂ। ਪਰ ਹੁਣ ਬੇਬੇ ਮੇਰੇ ਮੂੰਹ ਵੱਲ ਇੱਕੋ ਟੱਕ ਵੇਖਦੀ ਭੁੱਬ ਮਾਰ ਕੇ ਰੋ ਪਈ ਸੀ। ਪਰ ਬੇਬੇ ਹੁਣ ਤਾਂ ਮੈਂ ਆਪਣੇ ਘਰ-ਬਾਰ ਦੀ ਹੋ ਗਈ। ਹੁਣ ਮੈਂ ਸਾਲ ਭਰ ਦੀ ਥੋੜ੍ਹੇ ਆ ਜੋ ਚੁਬਾਰੇ 'ਚੋਂ ਖੇਡਦੀ ਹੇਠਾਂ ਵੀਹੀ 'ਚ ਡਿੱਗ ਕੇ ਮਰ ਜੂੰਗੀ। ਮੈਂ ਗੱਲ ਨੂੰ ਹਾਸੇ 'ਚ ਟਾਲਿਆ। ਨਾ ਪੁੱਤ, ਜੁਗ ਜਿਵੇਂ ਤੈਨੂੰ ਮੇਰੀ ਉਮਰ ਵੀ ਲੱਗ ਜੇ। ਤੂੰ ਤਾਂ ਪੁੱਤ ਸਾਡਾ ਨਾਂ ਉੱਚਾ ਕੀਤਾ। ਜਦ ਕਦੇ ਕਿਸੇ ਅਖਬਾਰ 'ਚੋਂ ਤੇਰਾ ਨਾਂ ਸੁਣਦੀ ਆ ਨਾ, ਮੈਂ ਤਾਂ ਜਿਵੇਂ ਖੁਸ਼ੀ ਤੇ ਹਰਸ਼ 'ਚ ਥਾਂ ਦੀ ਥਾਂ ਖੜੀ ਗਿੱਠ ਭਰ ਉੱਚੀ ਹੋ ਜਾਂਦੀ ਆ। ਰਹਿਣ ਦੇ ਬੇਬੇ, ਤੂੰ ਐਵੇਂ ਨਾ ਮੈਨੂੰ ਵਡਿਆਇਆ ਕਰ। ਦੱਸ ਕਾ ਤੇਰਾ ਕਿਹੜਾ ਬੱਚਾ ਐਸਾ ਜਿਹਦਾ ਨਾਂ ਸੁਣ ਕੇ ਤੂੰ ਖੜੀ ਖੜੋਤੀ ਗਿੱਠ ਭਰ ਉੱਚੀ ਨਹੀਂ ਹੁੰਦੀ? ਬਲਵੰਤ ਵੀਰ ਡਿਪਟੀ ਮੈਨੇਜਰ ਹੈ, ਪੁਲਦੀਪ ਵੀਰ ਹੈੱਡ ਡਰਾਫਟਸਮੈਨ ਹੈ, ਸੁਖਦੇਵ ਵੀਰ ਤੇ ਗੁਲਜੀਤ ਭੈਣਾਂ ਵੀ ਚੰਗੀਆਂ ਪੋਸਟਾਂ 'ਤੇ ਹੈ। ਤੂੰ ਤਾਂ ਬੇਬੇ ਡਿਪਟੀ ਦੀ ਮਾਂ ਹੈ। ਤੈਨੂੰ ਪੁੱਤਾਂ ਉੱਤੇ ਨਾਜ਼ ਹੋਣਾ ਚਾਹੀਦਾ ਬੇਬੇ, ਤੇ ਤੂੰ ਮੈਨੂੰ ਐਵੇਂ ਵਡਿਆਈ ਜਾਂਦੀ ਹੈ। ਮੈਂ ਤਾਂ ਤੈਨੂੰ ਜਨਮ 'ਤੇ ਦੁੱਖ ਦਿੰਦੀ ਚਲੀ ਆ ਰਹੀ ਹਾਂ। ਨਾ ਪੁੱਤ, ਇਉਂ ਨਾ ਕਹਿ। ਉਹ ਤਾਂ ਤੇਰੀ ਅੰਮਾ ਦੀ ਭੁੱਲ ਸੀ। ਤੇਰੇ ਜੰਮਦਿਆਂ ਹੀ ਰੋਣਾ ਪਿੱਟਣਾ ਸ਼ੁਰੂ ਕਰਤਾ। ਪਰ ਪਿੱਛੋਂ ਤੇਰੀ ਅੰਮਾ ਤੈਨੂੰ ਵੱਡਿਆਂ ਭਾਗਾਂ ਵਾਲੀ ਮੰਨਣ ਲੱਗ ਪਈ ਸੀ ਤੇ ਤੈਨੂੰ ਹਰ ਸਮੇਂ ਨਾਲ ਉਂਗਲੀ ਲਾਈ ਫਿਰਦੀ ਸੀ। ਉਹ ਕਿਉਂ? ਤੇਰੇ ਉੱਤੋਂ ਬਲਵੰਤ, ਕੁਲਦੀਪ, ਸੁਖਦੇਵ ਤਿੰਨੇ ਵੀਰਾਂ ਨੇ ਜੋ ਜਨਮ ਲਿਆ ਸੀ, ਪਿੱਛੋਂ ਤਾਂ ਤੇਰੀ ਅੰਮਾ ਇਹੀ ਕਹਿਣ ਲੱਗ ਪਈ ਸੀ ਵੀ ਸਾਡੇ ਘਰ ਤਾਂ ਇਹੀ ਕੁੜੀ ਬਚਿੰਤ ਕਰਮਾਂ ਵਾਲੀ ਆਈ ਆ, ਜਿਹੜੀ ਨਾਲ 3 ਵੀਰਾਂ ਦੀ ਉਂਗਲੀ ਫੜ ਲਈ। ਇਹ ਸਭ ਕਹਿੰਦਿਆਂ ਹੁਣ ਜਿਵੇਂ ਬੇਬੇ ਦੇ ਚਿਹਰੇ ਉਤਲੀ ਭਾਗ ਗੁਲਾਬੀ ਜਿਹੀ ਉਗੜ ਆਈ ਸੀ। ਇਉਂ ਦਿੱਲੀ ਮੇਰੇ ਕੋਲ ਕੁਝ ਦਿਨਾਂ ਲਈ ਆਈ ਬੇਬੇ ਨਾਲ ਮੈਂ ਆਪਣੇ ਦੁੱਖ ਸੁੱਖ ਫੋਲਦੀ ਆਪਣੀ ਜਨਮ ਗਾਥਾ ਬੇਬੇ ਦੇ ਮੂੰਹ ਸੁਣ ਕੇ ਬੜੀ ਹੈਰਾਨ ਵੀ ਹੋਈ ਤੇ ਖੁਸ਼ ਵੀ। ਫਿਰ ਉਸ ਰਾਤ ਮੈਂ ਇੱਕ ਲੰਬੀ ਕਵਿਤਾ ਲਿਖੀ। ਲੋਕਾਂ ਦੇ ਘਰਾਂ ਅੰਦਰ
ਹਰ ਵਰਖਾ ਦੀ ਜਦ ਵਾਛੜ ਆਉਂਦੀ, ਉਹ ਮੁੱਦੇ ਘੜਿਆਂ ਨਾਲ ਮੋਗਿਆਂ ਦੇ ਮੂੰਹ ਮੁੰਦ ਦਿੰਦੇ। ਪਰ ਦਾਦੀ ਮੇਰੀ ਦੀ ਦੇਹਲੀ ਅੰਦਰ ਆਈ ਵਾਰ ਜੋ ਪੱਥਰ ਵਰਦਾ, ਉਹਦਾ ਉਹ ਕੀ ਕਰਦੀ। ਹਰ ਪੱਥਰ ਦੀ ਉਮਰਾਂ ਲੰਬੀ, ਜੋ ਦਾਦੀ ਤੋਂ ਮੂਲ ਨਾ ਜਾਂਦੀ ਝੱਲੀ। ਤੇ ਜਣਨੀ ਮੇਰੀ ਦੀ ਨੈਣੀ, ਤਿਪ ਤਿਪ ਹੰਝੂ ਕਿਰਦੇ, ਮਮਤਾ ਰੋ ਰੋ ਫਾਵੀ ਹੁੰਦੀ। ਜਨਨੀ ਦੀ ਜਿੰਦ ਜਾਂਦੀ ਸੱਲੀ, ਅੰਤ ਦਾਦੀ ਸੂਤਕ ਦੁੱਧ ਨੂੰ ਲੂਣ ਜ਼ਹਿਰ ਦਾ ਤੜਕਾ ਲਾਉਂਦੀ ਤੇ ਹਰ ਪੱਥਰ ਨੂੰ ਮਾਰ ਮੁਕਾਉਂਦੀ। ਅਗਲਾ ਅੰਗ। ਭੰਡਾ ਭੰਡਾਰੀਆ ਕਿਤਨਾ ਕੁ ਪਾਰ। ਬਚਪਨ ਦੇ ਦਿਨਾਂ ਵਾਸਤੇ ਇੱਕ ਕਹਾਵਤ ਹੈ, ਖੇਡਣ ਦੇ ਦਿਨ 4, ਪਰ ਮੇਰੇ 4 ਦਿਨ ਵੀ ਜਿਵੇਂ ਪੂਰੇ ਨਾ ਹੋਏ, ਕਿਉਂਕਿ ਮੇਰੀ ਸ਼ਾਦੀ ਬੜੀ ਛੋਟੀ ਉਮਰ 'ਚ ਹੀ ਕਰ ਦਿੱਤੀ ਗਈ। ਜਦੋਂ ਮੈਂ ਸਿਰਫ 6ਵੀਂ ਕਲਾਸ 'ਚ ਚੜ੍ਹੀ ਸੀ, ਉਦੋਂ ਮੈਂ ਵਿਕਟੋਰੀਆ ਗਰਲਜ਼ ਹਾਈ ਸਕੂਲ ਪਟਿਆਲਾ 'ਚ ਪੜ੍ਹਦੀ ਸੀ। ਇਹ ਗੱਲ ਸੰਨ 1951 ਦੀ ਹੈ। ਪਿੰਡੋਂ ਪਟਿਆਲੇ ਮੈਂ ਕਦੋਂ ਆਈ, ਇਸ ਗੱਲ ਦਾ ਮੈਨੂੰ ਬਹੁਤਾ ਗਿਆਨ ਨਹੀਂ, ਪਰ ਵੱਡੀ ਭੈਣ ਜਸਵੰਤ ਨੇ ਹੁਣ ਇੱਕ ਦਿਨ ਗੱਲਾਂ ਹੀ ਗੱਲਾਂ 'ਚ ਮੇਰੇ ਬਚਪਨ ਦੀ ਗੱਲ ਛੇੜੀ ਤੇ ਦੱਸਿਆ ਕਿ ਬੇਬੇ ਪਟਿਆਲੇ ਬਾਈ ਜੀ ਕੋਲ ਬੰਗਲੇ 'ਚ ਆ ਕੇ ਰਹਿਣ ਲੱਗ ਪਈ ਸੀ। ਬਾਈ ਜੀ ਉਸ ਸਮੇਂ ਫੌਜ 'ਚ ਭਰਤੀ ਸੀ ਤੇ ਉਹਨਾਂ ਨੂੰ ਪਟਿਆਲੇ ਆਪਣੀ ਫੈਮਿਲੀ ਲਈ ਬੰਗਲਾ ਉਸ ਥਾਂ ਉੱਤੇ ਮਿਲਿਆ ਹੋਇਆ ਸੀ ਜਿੱਥੇ ਅੱਜ ਕੱਲ੍ਹ ਰਜਿੰਦਰਾ ਹਸਪਤਾਲ ਹੈ। ਇਸ ਸੜਕ ਤੋਂ ਮਾੜਾ ਜਿਹਾ ਉਰਾਂ ਕਰਕੇ ਫੌਜੀਆਂ ਲਈ ਬੜੇ ਸੋਹਣੇ ਖੁੱਲ੍ਹੇ ਖੁੱਲ੍ਹੇ ਬੰਗਲੇ ਬਣੇ ਹੋਏ ਸਨ ਉਦੋਂ। ਤੇ ਅਸੀਂ ਦੋਵੇਂ ਭੈਣਾਂ, ਮੈਂ ਤੇ ਜਸਵੰਤ ਭੈਣ, ਪਿੰਡ ਹੀ ਆਪਣੀ ਅੰਮਾ ਦਾਦੀ ਕੋਲ ਰਹਿੰਦੀਆਂ ਸੀ। ਅੰਮਾ ਉਨੀ ਦਿਨੀ ਵਿਆਹ ਕਾਰਜਾਂ 'ਚ ਕੋਰੇ ਵਿਛਾਉਣ ਦਾ ਕੰਮ ਵੀ ਕਰਦੀ ਸੀ, ਕਿਉਂਕਿ ਪਿੰਡ 'ਚ ਸਾਡੀ ਜਾਤ ਲਾਗੀਆਂ ਵਿੱਚ ਹੀ ਗਿਣੀ ਜਾਂਦੀ ਸੀ। ਅਸੀਂ ਨਾਮਦੇਵ ਦੀ ਜਾਤ ਵਿੱਚੋਂ ਜੋ ਹੋਏ, ਸੋ ਮੈਂ ਤੇ ਭੈਣ ਜਸਵੰਤ ਅੰਮਾ ਦੀ ਸਹਾਇਤਾ ਲਈ ਉਹਦੇ ਨਾਲ ਨਾਲ ਰਹਿੰਦੀਆਂ। ਮੈਂ ਤਾਂ ਬਹੁਤ ਨਿੱਕੀ ਹੋਣ ਕਰਕੇ ਕਿਸੇ ਕੰਮ ਨੂੰ ਨਾ ਸਮਝਦੀ, ਨਾ ਕਰਦੀ ਸੀ, ਨਾ ਕਰਨ ਜੋਗੀ ਸੀ। ਭੈਣ ਜਸਵੰਤ ਅੰਮਾ ਨਾਲ ਜੰਝ ਆਉਣ ਸਮੇਂ ਕੋਰੇ ਵਿਛਾਉਂਦੀ ਤੇ ਜੰਝ ਤੇ ਰੋਟੀ ਖਾਣ ਪਿੱਛੋਂ ਕੋਰੇ ਇਕੱਠੇ ਕਰਕੇ ਤਹਿ ਲਗਵਾਉਂਦੀ। ਮੈਨੂੰ ਤਾਂ ਅੰਮਾ ਇੱਕ ਲੱਡੂ ਮੇਰੇ ਹੱਥ 'ਚ ਫੜਾ ਕੇ ਇੱਕ ਖੂੰਜੇ 'ਚ ਬਿਠਾ ਦਿੰਦੀ ਸੀ ਕਿ ਜਦ ਤੱਕ ਅਸੀਂ ਕੰਮ 'ਚ ਰੁੱਝੀਆਂ ਹੋਈਆਂ ਤੂੰ ਇਸ ਥਾਂ ਤੋਂ ਨਾ ਹਿੱਲੀ। ਮੈਂ ਵਿਆਹ ਵਾਲੇ ਘਰ ਇੱਕ ਪਾਸੇ ਬੈਠੀ ਦੂਰੋਂ ਹੀ ਅੰਮਾ ਤੇ ਭੈਣ ਜਸਵੰਤ ਨੂੰ ਵਿਆਹ ਵਾਲੇ ਘਰ ਕੰਮ ਕਰਦੀਆਂ ਨੂੰ ਦੇਖਦੀ ਰਹਿੰਦੀ। ਉਨੀ ਦਿਨੀ ਵਿਆਹ ਵਾਲੇ ਘਰ ਬਰਾਤ 3 ਦਿਨ ਰਹਿੰਦੀ ਸੀ। ਬੜੇ ਚਾਵਾਂ ਤੇ ਸ਼ਗਨਾਂ ਨਾਲ ਵਿਆਹ ਦੇ ਸਾਰੇ ਕੰਮ ਸ਼ੁਰੂ ਕੀਤੇ ਜਾਂਦੇ ਸਨ। ਮੇਲਣਾ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਲੱਦੀਆਂ, ਪੱਟੀ ਵਾਲੇ ਰੇਸ਼ਮੀ ਸੂਟਾਂ ਤੇ ਭਾਰੇ ਭਾਰੇ ਗੋਟੇ ਕਿਨਾਰੀ ਨਾਲ ਜੜੇ ਝੋਨਿਆਂ ਨਾਲ ਝਿਲਮਿਲ ਕਰਦੀਆਂ ਵਿਆਹ 'ਚ ਜਿਵੇਂ ਖੁਸ਼ਬੂਆਂ ਖਲੇਰਦੀਆਂ ਫਿਰਦੀਆਂ। ਜੰਝ ਢੁੱਕਦੀ, ਸਿੱਠਣੀਆਂ ਗਾਈਆਂ ਜਾਂਦੀਆਂ, ਸਾਰੇ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ, ਵਰੀ ਦਿਖਾਈ ਜਾਂਦੀ, ਲਾਵਾਂ ਹੁੰਦੀਆਂ, ਖੱਟ ਬਿਠਾਈ ਜਾਂਦੀ, ਟੁਕਾ ਹੁੰਦਾ ਤੇ ਫਿਰ ਕਿਤੇ ਤੀਜੇ ਦਿਨ ਜਾ ਕੇ ਜੰਝ ਦੀ ਵਧਾਈ ਹੁੰਦੀ। ਮੇਰੇ ਲਈ ਸਭ ਤੋਂ ਵੱਧ ਵਿਆਹ 'ਚ ਖੁਸ਼ੀ ਦੀ ਘੜੀ ਉਹੀ ਹੁੰਦੀ ਸੀ ਜਦੋਂ ਕੁੜੀ ਵਿਦਾ ਹੁੰਦੀ, ਕਿਉਂਕਿ ਵਿਆਹ ਦੇ 3 ਦਿਨ ਤਾਂ ਮੈਂ ਅੰਮਾ ਦਾ ਇੱਕ ਪਾਸੇ ਬੈਠਣ ਦਾ ਹੁਕਮ ਮੰਨਦੀ ਰਹਿੰਦੀ, ਪਰ ਜਦੋਂ ਡੋਲੀ ਤੁਰਨ ਦਾ ਵੇਲਾ ਹੁੰਦਾ ਤਾਂ ਮੈਂ ਬਰਾਤੀਆਂ ਵੱਲੋਂ ਡੋਲੀ ਉੱਤੇ ਸੁੱਟੇ ਜਾਂਦੇ ਪੈਸੇ ਲੁੱਟਣ 'ਚ ਪਿੰਡ ਦੇ ਨਿਆਣਿਆਂ ਦੀ ਭੀੜ 'ਚ ਸਭ ਤੋਂ ਮੂਹਰੇ ਹੁੰਦੀ। ਉਹਨਾਂ ਸਮਿਆਂ 'ਚ ਡੱਬਲੀ ਤੇ ਗਲੀ ਵਾਲੇ ਪੈਸੇ ਸੁੱਟੇ ਜਾਂਦੇ ਸੀ, ਵਿੱਚ ਕੁਝ ਧੇਲੇ ਵੀ ਹੁੰਦੇ ਸੀ। ਬਸ ਜੇ ਕਰਥਰੇ ਬੱਚਿਆਂ ਦੀ ਭੇਡਾਂ ਵਰਗੀ ਭੀੜ ਵਿੱਚੋਂ ਮੇਰੇ ਹੱਥ 1-2 ਡੱਬਲੀ ਪੈਸੇ ਜਾਂ ਧੇਲੇ ਆ ਜਾਂਦੇ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ। ਮੈਂ ਭੈਣ ਜਸਵੰਤ ਨੂੰ ਤੇ ਆਪਣੀ ਅੰਮਾ ਨੂੰ ਬਾਰ-ਬਾਰ ਡੋਲੀ ਦੀ ਵਿਦਾਇਗੀ ਸਮੇਂ ਲੁੱਟੇ ਪੈਸੇ ਦਿਖਾਉਂਦੀ ਤੇ ਮਨ ਹੀ ਮਨ ਖੁਸ਼ ਹੁੰਦੀ, ਕਿਉਂਕਿ ਪੈਸੇ ਤਾਂ ਸਿਰਫ ਮੇਰੇ ਕੋਲ ਹੀ ਹੁੰਦੇ ਸਨ। ਅੰਮਾ ਨੂੰ ਕੋਰੇ ਵਿਛਾਉਣ ਦਾ ਮਿਹਨਤਾਨਾ, ਤੋਲਵੇਂ ਲੱਡੂ, ਜਲੇਬੀਆਂ, ਵੇਸਣ ਦੇ ਲੰਮੇ ਪਕੌੜੇ, ਰਿੱਝੇ ਹੋਏ ਚੌਲਾਂ ਦੀਆਂ ਉਨੀਆਂ ਹੀ ਪਰਾਤਾਂ ਮਿਲਦੀਆਂ ਸਨ ਜਿੰਨੀ ਵਾਰ ਬਰਾਤ ਰੋਟੀ ਖਾਂਦੀ ਸੀ। ਪੈਸਾ ਧੇਲਾ ਸ਼ਾਇਦ ਕੋਈ ਨਹੀਂ ਸੀ ਮਿਲਦਾ। ਘਰ ਆ ਕੇ ਅੰਮਾ ਰਿੱਝੇ ਹੋਏ ਚੌਲਾਂ ਨੂੰ ਕੋਠੇ ਉੱਤੇ ਕੋਰਿਆਂ ਉੱਤੇ ਪਾ ਕੇ ਸੁਕਾਉਂਦੀ, ਪਿੱਛੋਂ ਉਹਨਾਂ ਦੇ ਮੁਰਮੁਰੇ ਭੁੰਨ ਕਈ ਦਿਨਾਂ ਤੱਕ ਸਾਨੂੰ ਖਾਣ ਨੂੰ ਦਿੰਦੀ ਰਹਿੰਦੀ। ਮੈਨੂੰ ਆਪਣੀ ਉਮਰ ਦਾ ਸਹੀ ਅੰਦਾਜ਼ਾ ਤਾਂ ਨਹੀਂ, ਪਰ ਭੈਣ ਜਸਵੰਤ ਦਾ ਕਹਿਣਾ ਹੈ ਕਿ ਮੇਰੀ ਉਮਰ ਉਸ ਵੇਲੇ 5-6 ਵਰ੍ਹਿਆਂ ਦੀ ਜ਼ਰੂਰ ਹੋਏਗੀ ਜਦੋਂ ਮੈਂ ਉਹਨਾਂ ਨਾਲ ਵਿਆਹ ਕਾਰਜਾਂ 'ਤੇ ਜਾਂਦੀ ਸੀ। ਸਾਡੇ ਪਿੰਡ 'ਚ ਕੋਈ ਸਕੂਲ, ਮਦਰਸਾ ਜਾਂ ਸ਼ਿਵ ਦੁਆਲਾ ਤਾਂ ਨਹੀਂ ਸੀ ਜਿੱਥੇ ਜਾ ਕੇ ਪਿੰਡ ਦੀਆਂ ਨਿੱਕੀਆਂ ਨਿਆਣੀਆਂ ਕੁਝ ਪੜ੍ਹਨਾ ਲਿਖਣਾ ਸਿੱਖਦੀਆਂ। ਬਸ ਇੱਕ ਸੰਤਾਂ ਦਾ ਡੇਰਾ ਸੀ ਪਿੰਡ ਤੋਂ ਥੋੜ੍ਹਾ ਬਾਹਰ ਜਾ ਕੇ, ਜਿੱਥੇ ਸਿਰਫ ਪਿੰਡ ਦੇ ਮੁੰਡੇ ਕਾਇਦਾ ਉਠਾਉਣਾ ਸਿੱਖਦੇ ਸਨ ਡੇਰੇ ਵਾਲੇ ਸੰਤਾਂ ਕੋਲੋਂ। ਤੇ ਇਸ ਪੜ੍ਹਾਈ ਦੇ ਨਾਲ ਨਾਲ ਸੰਤਾਂ ਦੇ ਡੇਰੇ 'ਚ ਮੁੰਡਿਆਂ ਨੂੰ ਘੋਲ ਕੁਸ਼ਤੀਆਂ ਕਰਨੇ ਵੀ ਸਿਖਾਏ ਜਾਂਦੇ ਸੀ। ਇਸੇ ਨਾਲ ਕੰਧਾਂ ਉੱਤੇ ਨੀਲੇ ਥੋਥੇ ਨਾਲ ਮੋਰ, ਤਿੱਤਰ, ਤੋਤੇ, ਚਿੜੀਆਂ ਆਦਿ ਬਣਾਉਣੀਆਂ ਵੀ ਸਿਖਲਾਈਆਂ ਜਾਂਦੀਆਂ ਸੀ।
ਪਰ ਨਿੱਕੀਆਂ ਕੁੜੀਆਂ ਤਾਂ ਮਾਵਾਂ ਤੇ ਦਾਦੀਆਂ ਦੇ ਨਾਲ ਜਾਂ ਤਾਂ ਆਪਣੇ ਤੋਂ ਛੋਟੇ ਕਿਸੇ ਭੈਣ ਭਾਈ ਨੂੰ ਗੋਦੀ ਚੁੱਕੀ ਖਿਡਾਉਂਦੀਆਂ ਫਿਰਦੀਆਂ, ਜਾਂ ਫਿਰ ਜਿਵੇਂ ਮਾਂ ਦਾਦੀ ਕੋਈ ਨਿੱਕਾ ਮੋਟਾ ਕੰਮ ਉਹਨਾਂ ਨੂੰ ਸਿਖਾਉਂਦੀ ਉਹ ਸਿੱਖਦੀਆਂ ਰਹਿੰਦੀਆਂ। ਮਾਂ ਤਾਂ ਬਸ ਅੰਮਾਂ ਤੇ ਭੈਣ ਦੇ ਨਾਲ ਨਾਲ ਘੁੰਮਦੀ ਰਹਿੰਦੀ। ਉਹ ਬਾਹਰ ਜਾਂਦੀਆਂ ਤਾਂ ਮੈਂ ਉਹਨਾਂ ਦੇ ਨਾਲ ਤੁਰ ਪੈਂਦੀ। ਉਹ ਖੇਤਾਂ 'ਚੋਂ ਕਬਾਹ ਚੁਗਦੀਆਂ, ਮਿਰਚਾਂ ਤੋੜਦੀਆਂ, ਕੁੱਕੜੀਆਂ ਭੰਨਦੀਆਂ, ਸਾਗ ਤੋੜਦੀਆਂ, ਤੇ ਮੈਂ ਬੇਰੀਆਂ ਦੇ ਬੇਰ ਚੁਗ ਚੁਗ ਝੋਲੀਆਂ ਭਰ ਭਰ ਇਕੱਠੇ ਕਰਦੀ ਰਹਿੰਦੀ। ਅੰਮਾਂ ਖਰਬੂਜਿਆਂ ਦੇ ਖੇਤ 'ਚ ਲੈ ਜਾਂਦੀ ਤਾਂ ਮੈਂ ਕਚਰੇ ਖਾ ਖਾ ਆਪਣਾ ਮੂੰਹ ਪਕਾ ਲੈਂਦੀ। ਅੰਮਾਂ ਡਾਢੀ ਦੁਖੀ ਹੁੰਦੀ। ਚਰੰਜੀ ਵੈਦ ਤੋਂ ਗਲੈਸਰੀਨ ਦਾ ਫੰਬਾ ਭਰ ਮੂੰਹ ਵਿੱਚ ਲਗਵਾ ਕੇ ਲਿਆਉਂਦੀ। ਹੁਣ ਅੰਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ, ਕਿਉਂਕਿ ਮੇਰੇ ਪਿੱਛੋਂ ਮੇਰਾ ਛੋਟਾ ਵੀਰ ਬਲਵੰਤ ਜੋ ਜਨਮਿਆ ਸੀ। ਅੰਮਾਂ ਹੁਣ ਮੈਨੂੰ ਵੱਡੇ ਭਾਗਾਂ ਵਾਲੀ ਕੁੜੀ ਮੰਨਦੀ। ਬਲਵੰਤ ਵੀਰ ਭਾਵੇਂ ਤੇਲੜ ਹੈ, 3 ਕੁੜੀਆਂ ਉੱਤੋਂ ਹੋਇਆ, ਢਿੱਲਾ ਵੀ ਰਹਿੰਦਾ ਸੀ, ਪਰ ਮੇਰੀ ਅੰਮਾਂ ਬੇਹੱਦ ਖੁਸ਼ ਸੀ। ਇਸੇ ਕਰਕੇ ਅੰਮਾਂ ਨੇ ਮੇਰੀ ਬੇਬੇ ਨੂੰ ਸ਼ਹਿਰ ਪਟਿਆਲੇ ਮੇਰੇ ਬਾਈ ਜੀ ਕੋਲ ਬੰਗਲੇ 'ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ ਕਿ ਮੁੰਡੇ ਨੂੰ ਪਿੰਡ 'ਚ ਕਿਤੇ ਤੱਤੀ ਵਾਹ ਨਾ ਲੱਗ ਜਾਏ। ਸ਼ਹਿਰ 'ਚ 100 ਦਵਾ ਦਾਰੂ ਮਿਲ ਸਕਦੇ ਆ, ਪਰ ਪਿੰਡ 'ਚ ਮੁੰਡਿਆਂ ਦਾ ਪਾਲਣ ਪੋਸ਼ਣ ਠੀਕ ਨਹੀਂ ਹੁੰਦਾ। ਇੱਥੇ ਤਾਂ ਵਾਤਾਵਰਨ ਕੁੜੀਆਂ ਲਈ ਢੁੱਕਦਾ। ਕੁੜੀਆਂ ਦਾ ਕੀ ਹੈ, ਉਹ ਤਾਂ ਆਪੇ ਰੁਲ ਖੁਲ ਕੇ ਵੱਡੀਆਂ ਹੋ ਜਾਂਦੀਆਂ। ਨਾਲੇ ਮੇਰੀ ਅੰਮਾਂ ਦਾ ਵਿਸ਼ਵਾਸ ਸੀ ਕਿ ਕੁੜੀਆਂ ਨੂੰ ਮੁਟਿਆਰਾਂ ਹੋਣ ਤੱਕ ਕੋਈ ਬਿੱਜ ਨਹੀਂ ਪੈਂਦੀ। ਉਹ ਤਾਂ ਭੁੱਖੀਆਂ ਰਹਿ ਰਹਿ ਕੇ ਵੀ ਗੁਹਾਰੇ ਵਾਂਗੂ ਵੱਧਦੀਆਂ ਹੀ ਜਾਂਦੀਆਂ ਨੇ। ਪਰ ਮੁੰਡਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਹੋਣਾ ਜ਼ਰੂਰੀ ਸੀ। ਫਿਰ ਵੀਰ ਬਲਵੰਤ ਤਾਂ ਸਾਡੇ ਘਰ ਦਾ ਸੁੱਖਾਂ ਸੁੱਖ ਸੁੱਖ ਕੇ ਮੰਗਿਆ ਚਿਰਾਗ ਹੈ, ਤੇ ਉੱਤੋਂ ਤੇਲੜ ਤਾਂ ਕਹਿੰਦੇ ਨੇ ਉਹੀ ਕਸ਼ਟਾਂ 'ਚ ਘਿਰਿਆ ਰਹਿੰਦਾ ਹੈ। ਇਸੇ ਕਰਕੇ ਬੇਬੇ ਬਲਵੰਤ ਨੂੰ ਲੈ ਕੇ ਪਟਿਆਲੇ ਬਾਈ ਜੀ ਕੋਲ ਬੰਗਲੇ 'ਚ ਆ ਗਈ ਸੀ। ਬੇਬੇ ਦੇ ਪਿੰਡੋਂ ਆਉਣ ਕਾਰਨ ਮੈਂ ਬਹੁਤ ਉੱਧਰ ਗਈ। ਅੰਮਾਂ ਭਾਵੇਂ ਮੈਨੂੰ ਲੱਖ ਪਿਆਰ ਕਰਦੀ, ਕਿੰਨੀਆਂ ਹੀ ਚੀਜ਼ਾਂ ਖਾਣ ਨੂੰ ਦਿੰਦੀ, ਪਰ ਮੈਨੂੰ ਬੇਬੇ ਦੀ ਯਾਦ ਜ਼ਰੂਰ ਆਉਂਦੀ ਰਹਿੰਦੀ ਤੇ ਮੈਂ ਆਨੀ ਬਹਾਨੀ ਰੋਣ ਲੱਗਦੀ। ਮਾਂ ਦੇ ਵਿਛੋੜੇ ਕਾਰਨ ਇੱਕ ਵਾਰੀ ਮੈਨੂੰ ਜਦੋਂ ਤੇਜ਼ ਤਾਪ ਨੇ ਛੱਡਿਆ ਹੀ ਨਾ ਹੀ ਚਰੰਜੀ ਵੈਦ ਦੀ ਪੁੜੀ ਦਾ ਕੋਈ ਅਸਰ, ਨਾ ਡੇਰੇ ਵਾਲੇ ਸੰਤਾਂ ਦਾ ਕੋਈ ਹੱਥੌਲਾ ਹੀ ਅਸਰ ਕਰ ਰਿਹਾ ਸੀ, ਤਾਂ ਅੰਤ ਨੂੰ ਅੰਮਾਂ ਮੈਨੂੰ ਬਿਮਾਰ ਨੂੰ ਪਟਿਆਲੇ ਮੇਰੀ ਬੇਬੇ ਕੋਲੋਂ ਚੁੱਕ ਲਿਆਈ। ਇੱਥੇ ਆ ਕੇ ਮੈਂ ਦਿਨਾਂ 'ਚ ਹੀ 9 ਬਰ 9 ਹੋ ਗਈ ਤੇ ਬੰਗਲਿਆਂ 'ਚ ਰਹਿੰਦੇ ਬੱਚਿਆਂ 'ਚ ਘੁਲ ਮਿਲ ਕੇ ਖੇਡਣ ਲੱਗੀ। ਇੱਕ ਦਿਨ ਮੈਨੂੰ ਕੱਲੀ ਨੂੰ ਪੀਚੋ ਬੱਕਰੀ ਖੇਡਦੀ ਦੇਖ ਮੇਰੇ ਬਾਈ ਨੇ ਬੇਬੇ ਨੂੰ ਕਿਹਾ, ਆਨੰਦਪੁਰੇ ਇਹਨੂੰ ਕੱਲ੍ਹ ਨੂੰ ਸਿੰਘ ਸਭਾ ਸਕੂਲ 'ਚ ਦਾਖਲ ਕਰਵਾ ਕੇ ਆ। 5 ਸਾਲਾਂ ਦੀ ਤਾਂ ਹੋ ਗਈ ਇਹ। ਜੇ ਉਹ ਕਹਿਣ ਉਮਰ ਛੋਟੀ ਹੈ ਤਾਂ ਇਹਦੀ ਉਮਰ 6 ਸਾਲ ਲਿਖਵਾ ਦੇ। ਪਤਾ ਨਹੀਂ ਸਿੰਘ ਸਭਾ ਸਕੂਲ 'ਚ ਮੇਰਾ ਦਾਖਲਾ ਕਿਉਂ ਨਾ ਹੋ ਸਕਿਆ ਤੇ ਬੇਬੇ ਮੈਨੂੰ ਆਪਣੀ ਇੱਕ ਸਹੇਲੀ ਦੇ ਕਹੇ ਘਲੋੜੀ ਦਰਵਾਜ਼ੇ ਇੱਕ ਸਨਾਤਨ ਧਰਮ ਵੱਲੋਂ ਚਲਾਏ ਜਾਂਦੇ ਸਕੂਲ 'ਚ ਦਾਖਲ ਕਰਵਾਈ। ਇਸ ਸਕੂਲ 'ਚ ਜੋ ਪ੍ਰਾਰਥਨਾ ਕੀਤੀ ਜਾਂਦੀ ਸੀ ਉਹ ਮੈਨੂੰ ਅੱਜ ਵੀ ਯਾਦ ਹੈ। हरि का नाम लेने से तेरी क्या जीभ घिसती है, प्रभु का नाम लेने से तेरी क्या जीभ घिसती है। इधर गंगा उधर जमुना, बीच में शिव जी का मंदिर है, इधर लोग पूजा करते हैं उधर दर्शन पाते हैं। हरि का नाम लेने से तेरी क्या जीभ घिसती है। पर इस स्कूल 'ਚ मैं 1-2 ਮਹੀਨੇ ਵੀ ਪੂਰੇ ਨਾ ਪੜ੍ਹੀ। ਨਾ ਇਸ ਸਕੂਲ 'ਚ ਮੇਰਾ ਜੀ ਲੱਗਿਆ, ਨਾ ਹੀ ਇਹ ਸਕੂਲ ਮੇਰੇ ਬਾਈ ਨੂੰ ਪਸੰਦ ਸੀ, ਕਿਉਂਕਿ ਉਹਨਾਂ ਉੱਤੇ ਸਿੰਘ ਸਭਾਈਆਂ ਦਾ ਬਹੁਤ ਅਸਰ ਸੀ। ਇਸੇ ਕਰਕੇ ਉਹ ਸਿੰਘ ਸਭਾ ਸਕੂਲ 'ਚ ਹੀ ਮੈਨੂੰ ਪੜ੍ਹਾਉਣਾ ਚਾਹੁੰਦੇ ਸੀ। 1-2 ਮਹੀਨੇ ਪਿੱਛੇ ਮੇਰੀ ਵੱਡੀ ਉਮਰ ਦਾ ਸਰਟੀਫਿਕੇਟ ਲਿਖਾ ਕੇ ਮੈਨੂੰ ਸਿੰਘ ਸਭਾ ਸਕੂਲ 'ਚ ਦਾਖਲ ਕਰਵਾ ਦਿੱਤਾ ਗਿਆ। ਇਸੇ ਸਕੂਲ 'ਚ ਮੇਰੇ ਨਾਲ ਦਲੀਪ ਕੌਰ ਟਿਵਾਣਾ ਦੀ ਛੋਟੀ ਭੈਣ ਵੀ ਪੜ੍ਹਦੀ ਸੀ। ਮਸਾਂ 7-8 ਦਿਨ ਮੈਂ ਸਿੰਘ ਸਭਾ ਸਕੂਲ 'ਚ ਗਈ ਹੋਵਾਂਗੀ ਕਿ ਸਕੂਲ ਅਚਾਨਕ ਅਣਮਿੱਥੇ ਸਮੇਂ ਲਈ ਬੰਦ ਹੋ ਗਿਆ, ਕਿਉਂਕਿ ਹੁਣ ਨਿੱਕੀਆਂ ਵੱਡੀਆਂ ਕਾਇਦੇ ਕਿਤਾਬਾਂ ਪੜ੍ਹਨ ਵਾਲੀਆਂ ਕੁੜੀਆਂ ਦੀ ਥਾਂ ਸਕੂਲ ਦੇ ਹਰ ਕਮਰੇ 'ਚ ਵਰਾਂਡਿਆਂ ਵਿੱਚ, ਇੱਥੋਂ ਤੱਕ ਕਿ ਲੰਬੇ ਵਰਾਂਡਿਆਂ ਦੀ ਇੱਕ ਪੌੜੀ ਉੱਤੇ ਪੂਰੇ 10 9 ਜੀਆਂ ਦੇ ਟੱਬਰਾਂ ਨੇ ਆ ਡੇਰੇ ਲਾਏ ਸਨ। 1947 'ਚ ਪਾਕਿਸਤਾਨ ਦੇ ਬਣਨ ਸਮੇਂ ਰੌਲੇ ਜੋ ਪੈ ਗਏ ਸਨ। ਹਰ ਪਾਸੇ ਵੱਢ ਕੱਟ। ਸਾਡੇ ਘਰ ਦੇ ਮੂਹਰੇ ਵਗਦੇ ਨਾਲੇ ਵਿੱਚ ਵਹਿੰਦੀਆਂ ਵੱਡੀਆਂ ਟੁੱਕੀਆਂ ਕਈ ਲਾਸ਼ਾਂ ਮੈਂ ਆਪਣੇ ਅੱਖੀਂ ਵੇਖੀਆਂ। ਇਹਨਾਂ ਹੱਲਿਆਂ ਸਮੇਂ ਇਉਂ ਲੱਗਦਾ ਸੀ ਸਾਰਾ ਪਾਕਿਸਤਾਨ ਉੱਜੜ ਕੇ ਪਟਿਆਲੇ 'ਚ ਹੀ ਆ ਗਿਆ। ਉਂਝ ਸੁਣਿਆ ਹੈ ਮਹਾਰਾਜ ਜੀ ਪਟਿਆਲੇ ਨੇ ਅਖਬਾਰਾਂ 'ਚ ਕਢਵਾਇਆ ਸੀ ਕਿ ਹੱਲਿਆਂ ਦੇ ਮਾਰੇ ਲੋਕ ਜਿਵੇਂ ਵੀ ਹੋ ਸਕੇ ਪਟਿਆਲੇ ਪਹੁੰਚਣ। ਮੈਂ ਆਪਣਾ ਮਹਿਲ ਮੋਤੀ ਬਾਗ ਰਿਫਿਊਜੀਆਂ ਲਈ ਖਾਲੀ ਕਰਨ ਵਾਸਤੇ ਤਿਆਰ ਹਾਂ। ਸੋ ਪਟਿਆਲੇ ਸ਼ਹਿਰ ਦੀ ਹਰ ਸਰਕਾਰੀ ਇਮਾਰਤ, ਹਰ ਧਰਮਸ਼ਾਲਾ, ਹਰ ਗੁਰਦੁਆਰਾ, ਹਰ ਮੰਦਰ, ਮਸਜਿਦ ਇਹਨਾਂ ਲੋਕਾਂ ਦੇ ਰਹਿਣ ਲਈ ਖੋਲ੍ਹ ਦਿੱਤੀ ਗਈ ਤੇ ਸਰਕਾਰ ਵੱਲੋਂ ਜਿੰਨਾ ਵੀ ਹੋ ਸਕਿਆ ਆਟਾ, ਦਾਲਾਂ, ਕੱਪੜੇ ਇਹਨਾਂ ਲੋਕਾਂ ਨੂੰ ਬਹੁਤ ਚਿਰ ਤੱਕ ਵੰਡੇ ਜਾਂਦੇ ਰਹੇ। ਉਂਝੇ ਪਾਕਿਸਤਾਨੋਂ ਉੱਜੜ ਕੇ ਆਏ ਲੋਕੀ ਬੜੇ ਹਿੰਮਤੀ ਤੇ ਬਹਾਦਰ ਸੀ। ਇਹਨਾਂ ਨੇ ਵੀ ਆਉਂਦਿਆਂ ਹੀ ਮੁਸਲਮਾਨਾਂ ਦੇ ਘਰਾਂ ਨੂੰ ਲੁੱਟਿਆ ਤੇ ਖਾਲੀ ਹੋਏ ਮਕਾਨਾਂ ਤੇ ਫਟਾਫਟ ਕਬਜ਼ੇ ਕੀਤੇ। ਮੈਨੂੰ ਇਸ ਮਾਰ ਧਾੜ ਬਾਰੇ ਬਹੁਤਾ ਯਾਦ ਨਹੀਂ, ਪਰ ਇੰਨਾ ਯਾਦ ਜ਼ਰੂਰ ਹੈ ਕਿ ਇਸ ਲੁੱਟ ਖਸੁੱਟ 'ਚ ਮੈਂ ਵੀ ਸ਼ਾਮਲ ਸੀ।
ਸਾਡੇ ਘਰ ਦੇ ਨਾਲ ਦੀ ਕੰਧ ਮੁਸਲਮਾਨ ਧੋਬੀਆਂ ਦੀ ਸੀ, ਜੋ ਬਹੁਤ ਅਮੀਰ ਧੋਬੀ ਸੀ, ਖਾਸ ਕਰਕੇ ਰਾਜੇ ਦੇ ਦਰਬਾਰੀ ਧੋਬੀ। ਇਹਨਾਂ ਦੇ ਘਰੋਂ ਲੋਕੀ ਕਈ ਦਿਨਾਂ ਤੱਕ ਸਮਾਨ ਢੋਂਦੇ ਰਹੇ। ਮੇਰੇ ਆਪਣੇ ਰਿਸ਼ਤੇਦਾਰਾਂ ਨੇ ਵੀ ਇਸ ਲੁੱਟ ਘਸੁੱਟ 'ਚ ਹੱਥ ਮਾਰਿਆ, ਪਰ ਘਰ ਦੀ ਰਹਿੰਦ ਖੂੰਹਦ ਵਿੱਚ ਹੀ ਚਾਂਦੀ ਸੋਨਾ ਤਾਂ ਸ਼ਾਇਦ ਉਹ ਧੋਬੀ ਜਾਂਦੇ ਹੋਏ ਪਟੋਕਲੀ ਬੰਨ੍ਹ ਕੇ ਆਪਣੇ ਨਾਲ ਹੀ ਲੈ ਗਏ ਸੀ, ਤੇ ਬਾਕੀ ਚੰਗਾ ਚੰਗਾ ਕੀਮਤੀ ਸਮਾਨ ਪਾਕਿਸਤਾਨ ਤੋਂ ਉੱਜੜ ਕੇ ਆਏ ਰਿਫਿਊਜ਼ੀਆਂ ਨੇ ਲੁੱਟ ਲਿਆ। ਪਰ ਸਾਡੇ ਰਿਸ਼ਤੇਦਾਰਾਂ ਦੇ ਮੁੰਡਿਆਂ ਤੇ ਬਹੂਆਂ ਨੇ ਉਹਨਾਂ ਦੇ ਘਰ ਪਈਆਂ ਕਣਕ ਦੀਆਂ 5-6 ਬੋਰੀਆਂ ਕੰਧ ਉੱਤੋਂ ਆਪਣੇ ਘਰ ਵਾਲੇ ਪਾਸੇ ਸੁੱਟ ਲਈਆਂ ਸੀ, ਤੇ ਤੀਵੀਆਂ ਨੇ ਅੰਦਰੋਂ ਧੋਬੀ ਮੁਸਲਮਾਨਾਂ ਦੇ ਘਰ 'ਚ ਸਜਾਏ ਪਏ ਢੇਰ ਸਾਰੇ ਭਾਂਡੇ, ਵੱਡੇ ਵੱਡੇ ਮੀਨਾਕਾਰੀ ਕੀਤੇ ਤਾਂਬੇ ਦੇ ਥਾਲ, 2 ਟਰੰਕ ਤੇ ਹੋਰ ਕਿੰਨਾ ਹੀ ਘਰ ਦਾ ਨਿੱਕਾ ਮੋਟਾ ਸਮਾਨ ਕੰਧ ਉੱਤੋਂ ਦੀ ਆਪਣੇ ਪਾਸੇ ਸਾਡੇ ਵਿਹੜੇ 'ਚ ਸੁੱਟ ਲਿਆ ਸੀ, ਤੇ ਮੈਂ ਵੀ ਆਪਣੀਆਂ ਤਾਏ ਦੀਆਂ ਨੂੰਹਾਂ ਦੇ ਨਾਲ ਇਸ ਲੁੱਟ 'ਚ ਸ਼ਾਮਲ ਸੀ। ਤਾਏ ਦੀਆਂ 2 ਨੂੰਹਾਂ ਖਾਲੀ ਪਏ ਉਜੜੇ ਘਰ 'ਚ ਫਿਰ ਰਹੀਆਂ ਸਨ। ਉਹਨਾਂ ਦੇ ਹੱਥ ਪ੍ਰੈਸ ਕੀਤੇ ਕੱਪੜਿਆਂ ਦੀ ਇੱਕ ਗਠੜੀ ਲੱਗ ਗਈ। ਗਠੜੀ ਇੱਕ ਭਾਬੀ ਨੇ ਖੋਲ੍ਹੀ, ਦੂਜੀ ਨੇ ਕਿਹਾ, ਜਾਣਦੇ ਨਹੀਂ, ਛੱਡ ਪਰਾਂ, ਆਪਾਂ ਆਪਣੇ ਹੀ ਬਣਾਏ ਕੱਪੜੇ ਹੰਢਾ ਕੇ ਮਰ ਜਾਈਏ, ਬਥੇਰਾ ਹੈ ਜੋ ਦਿੱਤਾ ਰੱਬ ਨੇ। ਇੱਕ ਭਾਬੀ ਕਹਿੰਦੀ ਗਈ, ਦੂਜੀ ਨਾਲੇ ਉਹਦੀ ਗੱਲ ਸੁਣਦੀ ਗਈ, ਨਾਲੇ ਪ੍ਰੈਸ ਕੀਤੇ ਕੱਪੜਿਆਂ ਦੀ ਗਠੜੀ ਫਰੋਲਦੀ ਗਈ, ਤੇ ਉਹਨੇ ਇੱਕ ਨਵਾਂ ਨਕੋਰ ਹਰੀ ਸਾਟਨ ਦਾ ਸਿਲਮੇ ਸਿਤਾਰੇ ਨਾਲ ਕੱਢਿਆ ਸੂਟ ਚੁੱਕ ਕੇ ਲਿਆ। ਉਹਨੂੰ ਦੇਖ ਕੇ ਮੈਂ ਵੀ ਇੱਕ ਰੇਸ਼ਮੀ ਕੱਛੀ ਆਪਣੇ ਘਰ ਚੁੱਕ ਲਈ ਤੇ ਘਰ ਆਉਂਦਿਆਂ ਸਾਰੀ ਪਹਿਨ ਲਈ। ਉਸ ਸਮੇਂ ਤੱਕ ਅਜੇ ਮੈਂ ਸਲਵਾਰ ਕਮੀਜ਼ ਨਹੀਂ ਸੀ ਪਹਿਨਣ ਲੱਗੀ, ਫਰਾਕ ਤੇ ਕੱਛੀ ਪਹਿਨਦੀ ਸੀ। ਉਸ ਲੁੱਟ ਦੇ ਕੱਪੜਿਆਂ 'ਚੋਂ ਲਿਆਂਦੀ ਕੱਛੀ ਕਿਸੇ ਅਮੀਰ ਮੁਟਿਆਰ ਜਨਾਨੀ ਦੀ ਸੀ ਸ਼ਾਇਦ, ਮੇਰੇ ਭਲਾ ਕਦ ਨਾ ਪਾਵੇ। ਪਰ ਜਦੋਂ ਤਾਏ ਦੀ ਨੂੰਹ ਨੇ ਸਾਟਨ ਦਾ ਹਰੇ ਸਿਲਮੇ ਸਿਤਾਰੇ ਵਾਲਾ ਸੂਟ ਪਹਿਨ ਕੇ ਦੇਖਿਆ ਤਾਂ ਮੈਂ ਵੀ ਉਹ ਕੱਛੀ ਪਹਿਨ ਲਈ ਸੀ। ਮੈਂ ਕੱਛੀ ਨੂੰ ਘੜੀ ਘੜੀ ਠੀਕ ਕਰਾਂ, ਉਹ ਝੱਟ ਢਿਲ ਕੇ ਫੇਰ ਹੇਠਾਂ ਹੋ ਜਾਏ। ਇਉਂ ਬਾਰ-ਬਾਰ ਨੇਫੇ ਤੱਕ ਜਾਂਦੇ ਮੇਰੇ ਨਿੱਕੇ ਨਿੱਕੇ ਹੱਥਾਂ ਨੂੰ ਪਰੇਸ਼ਾਨ ਦੇਖ ਜਦ ਬੇਬੇ ਦੀ ਨਿਗਾਹ ਮੇਰੀ ਰੇਸ਼ਮੀ ਕੱਛੀ ਤੇ ਪਈ ਤਾਂ ਉਹਨੇ ਆਓ ਦੇਖਿਆ ਨਾ ਤਾਓ ਮੇਰੀ ਗੁੱਤ ਪੁੱਟਦਿਆਂ ਪਿੱਛੇ, ਨਹੀਂ ਖਸਮਾਂ ਨੂੰ ਖਾਣੀ ਹੈ, ਕਿੱਥੋਂ ਲਿਆਂਦੀ ਹੈ, ਕਿਸੇ ਦਾ ਉਤਾਰ? ਧੋਬੀਆਂ ਦੇ ਘਰੋਂ, ਮੈਂ ਰੋਂਦੀ ਹੋਈ ਨੇ ਕਿਹਾ, ਤੇ ਉਸ ਵੇਲੇ ਬੇਬੇ ਨੇ ਮੇਰੀ ਗੁੱਤ ਇੰਨੀ ਜ਼ੋਰ ਨਾਲ ਪੁੱਟੀ ਸੀ ਕਿ ਮੇਰਾ ਰੋਣਾ ਨਿਕਲ ਆਇਆ। ਉਤਾਰ ਇਹਨੂੰ, ਬਾਹਰ ਸਿੱਟ ਗਿਆ ਨਾਲੇ ਵਿੱਚ ਮੈਂ ਤੈਨੂੰ ਦੱਸਾਂ, ਤੂੰ ਕਿਉਂ ਗਈ ਧੋਬੀਆਂ ਦੇ ਘਰ? ਆਉਣ ਦੇ ਤੇਰੇ ਪਤੰਦਰ ਪਿਓ ਨੂੰ, ਤੈਨੂੰ ਤਾਂ ਦੱਸਦੀ ਹਾਂ ਅੱਜ ਕਿਵੇਂ ਚੋਰੀ ਕਰੀਦੀ ਹੈ ਦੂਜਿਆਂ ਦੇ ਘਰ। ਪਰ ਬੇਬੇ ਨੇ ਮੇਰੀ ਇਹ ਚੋਰੀ ਵਾਲੀ ਗੱਲ ਆਥਣੇ ਘਰ ਆਏ ਬਾਈ ਨੂੰ ਨਹੀਂ ਦੱਸੀ। ਫਿਰ ਕਈ ਦਿਨਾਂ ਤੱਕ ਸਾਡੇ ਘਰ ਦਾ ਕੋਈ ਵੀ ਨਿਆਣਾ ਨਿੱਕਾ ਬਾਹਰ ਨਹੀਂ ਸੀ ਨਿਕਲਿਆ। ਔਰਤਾਂ ਸਾਰੀਆਂ ਵਿਹੜੇ ਤੱਕ ਆ ਜਾਂਦੀਆਂ ਸੀ। ਘਰ ਦੇ ਸਾਰੇ ਆਦਮੀ ਟਕੂਏ, ਕੁਹਾੜੀਆਂ, ਤਲਵਾਰਾਂ, ਚਾਕੂ, ਭਾਲੇ ਆਦਿ ਲੈ ਕੇ ਦਿਨ ਰਾਤ ਘਰਾਂ ਦਾ ਪਹਿਰਾ ਦਿੰਦੇ। ਔਰਤਾਂ ਅੰਦਰ ਪਏ ਅਨਾਜ ਵਿੱਚੋਂ ਜੋ ਲੱਭਦਾ ਉਹੀ ਪਕਾਉਂਦੀਆਂ, ਤੇ ਬੱਚਿਆਂ ਨੂੰ ਛਾਤੀ ਨਾਲ ਰੋਟੀ ਟੁੱਕ ਖਵਾ ਕੇ ਸੌਣ ਲਈ ਕਹਿ ਆਪ ਇੱਕ ਥਾਂ ਸੁੰਗੜ ਕੇ ਬੈਠ ਜਾਂਦੀਆਂ। ਹੁਣ ਪਟਿਆਲੇ 'ਚ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਦੀ ਕੱਟ ਵੱਢ ਜ਼ੋਰਾਂ 'ਤੇ ਸੀ। 4 ਚੁਫੇਰੇ ਲੋਕੀ ਲਹੂ ਦੀ ਹੋਲੀ ਖੇਡ ਰਹੇ ਸਨ। ਪਟਿਆਲੇ ਉੱਜੜ ਕੇ ਆਏ ਪਾਕਿਸਤਾਨੀ ਹਿੰਦੂ ਤੇ ਸਿੱਖਾਂ ਦਾ ਹਾਲ ਵੇਖ ਵੇਖ ਲੋਕੀ ਮੁਸਲਮਾਨਾਂ ਦੇ ਤਿਹਾਏ ਹੋਏ ਸੜਕਾਂ 'ਤੇ ਭੁੱਤਰੇ ਫਿਰਦੇ ਸੀ। ਇੱਕ ਆਥਣ ਨੂੰ 3-4 ਬੱਚੇ ਸੌਂ ਗਏ ਤੇ 4-5 ਅਜੇ ਅੰਦਰ ਪਏ ਜਾਗ ਹੀ ਰਹੇ ਸੀ, ਤੇ ਮੇਰੇ ਤਾਏ ਦੇ ਇੱਕ ਪੁੱਤ ਨੇ ਆਪਣੀ ਤੀਵੀਂ ਨੂੰ ਆ ਕੇ ਦੱਸਿਆ, ਜਹੀ ਕੀ ਤਹੀ ਫੇਰਤੀ ਸਾਲੀ ਮੇਰੀ ਦੀ। ਕੀ ਕੋਈ ਕਾਰਾ ਹੋ ਗਿਆ ਬਾਹਰ? ਕਾਰਾ ਕੀ ਹੋ ਗਿਆ? ਮੈਂ ਬਦਲਾ ਲਿਆ ਅੱਜ ਆਪਣੀਆਂ ਹਿੰਦੂ ਸਿੱਖ ਭੈਣਾਂ ਦੀ ਮੁਲਾਣਿਆਂ ਹੱਥੋਂ ਹੋਈ ਬੇਪਤੀ ਦਾ। ਕੀ ਕਿਸੇ ਮੁਸਲਮਾਨ ਤੀਵੀ ਦੀ ਇੱਜ਼ਤ 'ਤੇ ਹਮਲਾ ਕਰਕੇ ਆਏ ਹੋ? ਨਹੀਂ, ਇੱਜ਼ਤ ਕਾਹਦੀ, ਅਸੀਂ ਤਾਂ ਸਾਰੇ ਮਹੱਲੇ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਸਾਲੀ ਮੁਲਾਣੀ ਦਾ ਪਹਿਲਾਂ ਨੰਗੀ ਕਰਕੇ ਜਲੂਸ ਕੱਢਿਆ, ਪਿੱਛੋਂ ਉਹਦੀਆਂ ਦੋਵੇਂ ਛਾਤੀਆਂ ਵੱਢ ਸੁੱਟੀਆਂ। ਹਾਏ ਮੈਂ ਮਰ ਗਈ, ਇਹ ਕੀ ਗਜਬ ਢਾਇਆ ਤੁਸੀਂ ਬੌਂਦਲੇ ਹੋਇਆਂ ਨੇ। ਘਰੇ ਕੋਈ ਭਰੇ ਕੋਈ, ਉਸ ਅਬਲਾ ਵਿਚਾਰੀ ਨੇ ਤਾਂ ਨਹੀਂ ਮਾਰਿਆ ਕਿਸੇ ਨੂੰ। ਇਹ ਤੁਸੀਂ ਬਹੁਤ ਮਾੜਾ ਕੀਤਾ, ਰੱਬ ਕਿਵੇਂ ਬਖਸ਼ੂ ਤੁਹਾਨੂੰ। ਹੇ ਰੱਬਾ, ਇਹਨਾਂ ਨੂੰ ਸਮੱਤ ਬਖਸ਼ੀ। ਤਾਏ ਦੀ ਨੂੰਹ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੂਹਰੇ ਹੱਥ ਜੋੜੇ ਤੇ ਆਪ ਕੰਬਦੀ ਅੰਦਰ ਕਮਰੇ 'ਚ ਆ ਗਈ, ਜਿੱਥੇ ਮੇਰੇ ਹਾਣ ਦੇ ਮੇਰੇ 3 ਭਤੀਜੇ, 1 ਭਤੀਜੀ, 2 ਨਿੱਕੇ ਨਿੱਕੇ ਵੀਰ ਮੇਰੇ ਕੋਲ ਮੰਜਿਆਂ ਤੇ ਜਾਗਦੇ ਡਰੇ ਜੇ ਖਾਕੀ ਚਾਦਰਿਆਂ ਦੇ ਝੁੰਮਲ ਮਾਟੇ ਪਾਰੀ ਪਏ ਸੀ। ਸਾਰੀ ਰਾਤ ਤਾਈ ਦੀ ਨੂੰਹ ਸਾਡੇ ਕਮਰੇ 'ਚ ਬੈਠੀ ਜਪਜੀ ਸਾਹਿਬ ਦਾ ਪਾਠ ਕਰਦੀ ਰਹੀ। ਸਾਰੇ ਆਦਮੀ ਅਗਲਾ ਦਿਨ ਚੜ੍ਹਦਿਆਂ ਹੀ ਟਕੂਏ, ਭਾਲੇ, ਤਲਵਾਰਾਂ ਹੱਥਾਂ 'ਚ ਫੜੀ ਘਰ ਤੋਂ ਬਾਹਰ ਸੜਕ ਉੱਤੇ ਜਾ ਖੜੇ ਹੋਏ। ਉਸੇ ਰਾਤ ਅੰਤਾਂ ਦਾ ਮੀਂਹ ਵਸਿਆ ਸੀ ਤੇ ਸਵੇਰੇ ਸਾਡੇ ਘਰ ਮੂਹਰੇ ਵਾਹੋਦਾਈ ਵਗਦੇ ਨਾਲੇ 'ਚ ਕਈ ਲਾਸ਼ਾਂ ਤੈਰ ਰਹੀਆਂ ਸਨ, ਤੇ ਇੱਕ ਪਾਣੀ ਨਾਲ ਫੁੱਲੀ ਖਾਸੀ ਮੋਟੀ ਕਿਸੇ ਮਰਦ ਦੀ ਲਾਸ਼ ਜਿਹਦੀਆਂ ਟੰਗਾਂ ਵੱਢੀਆਂ ਹੋਈਆਂ ਸਨ ਨਾਲੇ ਦੇ ਇੱਕ ਪਾਸੇ ਕਿਸੇ ਲੱਕੜੀ ਦੇ ਵੱਡੇ ਸਾਰੇ ਟੁਕੜੇ ਨਾਲ ਅਟਕੀ ਹੋਈ ਸੀ, ਜੋ ਅੱਗੇ ਨਹੀਂ ਸੀ ਲੰਘ ਰਹੀ।
ਘਰਾਂ 'ਚੋਂ ਨਿਕਲ ਲੋਕੀ ਨਾਲੇ ਦੇ ਕੋਲ ਇਕੱਠੇ ਹੋਈ ਜਾ ਰਹੇ ਸਨ। ਮੈਂ ਵੀ ਆਪਣੇ ਤਾਏ ਦੀਆਂ ਨੂੰਹਾਂ ਦਾ ਪੱਲਾ ਫੜੀ ਉਹਨਾਂ ਲੋਕਾਂ 'ਚ ਸ਼ਾਮਲ ਸੀ। ਅਚਾਨਕ ਕਿਧਰੋਂ ਨਾਰਦਾਣੇ ਚੌਂਕ ਦੇ ਕੋਲ ਦੀ ਮਸਜਿਦ ਵੱਲੋਂ ਯਾ ਅਲੀ ਦੀਆਂ ਆਵਾਜ਼ਾਂ ਸਾਰਿਆਂ ਨੇ ਸੁਣੀਆਂ ਤੇ ਤੀਵੀਆਂ, ਬੱਚੇ, ਕੁਝ ਕਮਜ਼ੋਰ ਮਰਦ ਭੱਜ ਕੇ ਆਪਣੇ ਘਰਾਂ 'ਚ ਜਾ ਵੜੇ। ਪਰ ਬਾਕੀ ਮਰਦ ਹੱਥਾਂ 'ਚ ਆਪਣੇ ਹਥਿਆਰ ਫੜੀ ਇੱਕ ਥਾਂ ਇਕੱਠੇ ਹੋ ਗਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਉੱਚੇ ਜੈਕਾਰੇ ਬੁਲਾਉਣ ਲੱਗੇ। ਸਾਰਾ ਦਿਨ ਯਾ ਅਲੀ, ਬੋਲੇ ਸੋ ਨਿਹਾਲ, ਜੈ ਸ਼ਿਵ ਸ਼ੰਕਰ, ਕਈ ਤਰੀਕੇ ਦੇ ਨਾਅਰੇ ਅੰਦਰ ਲੁੱਕੇ ਬੈਠੀਆਂ ਤੀਵੀਆਂ ਤੇ ਬੱਚਿਆਂ ਦੇ ਦਿਲਾਂ ਨੂੰ ਦਹਿਲਾਉਂਦੇ ਰਹੇ। ਇੱਕ ਦੋ ਬੱਚਿਆਂ ਨੂੰ ਐਸੀਆਂ ਖੌਫਨਾਕ ਆਵਾਜ਼ਾਂ ਸੁਣ ਕੇ ਤਾਪ ਚੜ ਗਿਆ। ਇੱਕ ਦੋ ਹੀ ਪਿਛਲੀ ਕੋਠੜੀ 'ਚ ਡਰਦੇ ਮਾਰੇ ਦੁੱਬ ਕੇ ਬੈਠੇ ਰਹੇ। ਤੀਵੀਆਂ ਨੇ ਬੇਚਿੱਤੀ ਜਿਹੀ ਨਾਲ ਲੂਣ ਪਾ ਕੇ ਰੋਟੀਆਂ ਪਕਾਈਆਂ, ਪਰ ਰੋਟੀਆਂ ਦਾ ਥਏ ਦਾ ਥਇਆ ਰਾਤ ਤੱਕ ਉਵੇਂ ਦਾ ਉਵੇਂ ਸਾਵਾਂ ਰਸੋਈ 'ਚ ਪਿਆ ਰਿਹਾ। ਨਾ ਕਿਸੇ ਨਿਆਣੇ ਨਿੱਕੇ ਨੂੰ ਭੁੱਖ ਲੱਗੀ, ਨਾ ਕਿਸੇ ਤੀਵੀਂ ਨੂੰ ਰੋਟੀ ਖਾਣ ਦੀ ਸੁੱਝੀ। ਆਦਮੀ ਤਾਂ ਉਂਝ ਹੀ ਸਵੇਰ ਦੇ ਬਾਹਰ ਸੜਕਾਂ 'ਤੇ ਇਕੱਠੇ ਹੋ ਕੇ ਪਹਿਰਾ ਦੇ ਰਹੇ ਸੀ। ਮਹੀਨਾ ਪਰ ਇਹੀ ਕਹਿਰ ਬੀਤਦਾ ਰਿਹਾ। ਸਾਡੇ ਰਿਸ਼ਤੇਦਾਰਾਂ ਵਿੱਚ ਇੱਕ ਬਦਮਗਜ਼ ਜਿਹਾ ਲੜਕਾ ਰੋਜ਼ ਕੋਈ ਨਾ ਕੋਈ ਅਤਿਆਚਾਰ ਕਰਕੇ ਘਰ ਮੁੜਦਾ। ਕਦੇ ਕਿਸੇ ਲੁੱਟ ਖਸੁੱਟ ਵਿੱਚ ਸ਼ਾਮਲ ਹੁੰਦਾ, ਕਦੇ ਕਿਸੇ ਨਾ ਕਿਸੇ ਅਬਲਾ ਦੀ ਇੱਜ਼ਤ ਲੁੱਟ ਕੇ ਘਰ ਆ ਕੇ ਆਪਣੀ ਤੀਵੀਂ ਨੂੰ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਂਦਾ। ਇੱਕ ਦਿਨ ਤਾਂ ਉਹਨੇ ਸਾਡੇ ਪਿੰਡ ਦੀ ਤੇਲੀਆਂ ਦੀ ਧੀ ਮਰੀਆ ਦੀ ਵੀ ਬੇਇੱਜ਼ਤੀ ਕਰਤੀ ਤੇ ਪਿੱਛੋਂ ਉਹਨੂੰ ਜਾਨੋਂ ਮੁਕਾ ਕੇ ਘਰ ਆਇਆ, ਜਿਹਨੂੰ ਕਿ ਸਾਡਾ ਟੱਬਰ ਆਪਣੀਆਂ ਧੀਆਂ ਭੈਣਾਂ ਵਾਂਗ ਮੰਨਦਾ ਸੀ। ਤੇ ਉਹ ਤਾਏ ਦੇ ਸਾਰੇ ਪੁੱਤਾਂ ਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਸੀ। ਤਾਏ ਦੀਆਂ ਨੂੰਹਾਂ ਉਹਦੀਆਂ ਸਕੀਆਂ ਭਾਬੀਆਂ ਵਾਂਗ ਉਹਨੂੰ ਦੇਣ ਲੈਣ ਕਰਦੀਆਂ ਸਨ। ਉਹ ਸਾਡੇ ਘਰ ਈਦ ਦੀਆਂ ਮਿੱਠੀਆਂ ਸੇਵੀਆਂ ਦੇਣ ਜ਼ਰੂਰ ਆਉਂਦੀ ਹੁੰਦੀ ਸੀ ਤੇ ਅਸੀਂ ਉਹਨੂੰ ਦੀਵਾਲੀ ਦਾ ਬੋਹੀਆ ਜ਼ਰੂਰ ਭੇਜਦੇ ਸੀ। ਪੂਰੇ 3 ਮਹੀਨੇ ਸਿੰਘ ਸਭਾ ਸਕੂਲ ਬੱਚਿਆਂ ਲਈ ਬੰਦ ਰਿਹਾ। ਉਸ ਸਾਲ ਬਿਨਾਂ ਇਮਤਿਹਾਨ ਲਏ ਸਾਰੇ ਬੱਚੇ ਅਗਲੀਆਂ ਕਲਾਸਾਂ 'ਚ ਕਰ ਦਿੱਤੇ ਗਏ। ਇੱਕ ਅੱਧ ਜੋ ਬਿਲਕੁਲ ਪੜ੍ਹਾਈ ਲਿਖਾਈ 'ਚ ਕਮਜ਼ੋਰ ਸੀ, ਉਸੇ ਨੂੰ ਫੇਲ ਮੰਨਿਆ ਗਿਆ। ਜਦੋਂ ਇਹ ਸਕੂਲ 5ਵੀਂ ਤੱਕ ਹੀ ਸੀ, ਮੈਂ ਸ਼ਾਇਦ ਦੂਜੀ ਜਮਾਤ 'ਚ ਆ ਗਈ ਸੀ ਤੇ ਮੇਰਾ ਨਾਂ ਉਦੋਂ ਚੰਚਲ ਤੇ ਹੁਸ਼ਿਆਰ ਬੱਚਿਆਂ 'ਚ ਗਿਣਿਆ ਜਾਂਦਾ ਸੀ। ਪੜ੍ਹਨ ਲਿਖਣ 'ਚ ਮੈਂ ਤਾਂ ਦਰਮਿਆਨੇ ਬੱਚਿਆਂ ਵਿੱਚ ਹੀ ਆਉਂਦੀ ਸੀ, ਪਰ ਹੋਰ ਐਕਟੀਵਿਟੀਜ਼ ਵਿੱਚ ਮੈਂ ਸਭ ਤੋਂ ਮੂਹਰੇ ਹੁੰਦੀ। ਜਿਵੇਂ ਖੇਡਾਂ 'ਚ ਕਿਸੇ ਕਵਿਤਾ ਪਾਠ ਜਾਂ ਫਿਰ ਗੀਤਾਂ ਆਦਿ ਦੇ ਪ੍ਰੋਗਰਾਮ 'ਚ ਮੇਰਾ ਪਹਿਲਾ ਨਾਂ ਹੁੰਦਾ ਸੀ। ਮੈਨੂੰ ਯਾਦ ਹੈ ਉਸ ਸਮੇਂ ਕੌਮੀ ਏਕਤਾ ਉੱਤੇ ਸਕੂਲ 'ਚ ਇੱਕ ਪ੍ਰੋਗਰਾਮ ਕੀਤਾ ਗਿਆ। ਬੱਚਿਆਂ ਨੇ ਕੌਮੀ ਏਕਤਾ ਲਈ ਡਰਾਮੇ ਖੇਡੇ, ਕੌਮੀ ਤਰਾਨੇ ਗਾਏ, ਖੇਡਾਂ ਕਰਵਾਈਆਂ। ਮੇਰਾ ਨਾਂ ਹਰ ਜਗ੍ਹਾ ਸੀ। ਉਨੀ ਦਿਨੀ ਕੌਮੀ ਏਕਤਾ ਲਈ ਗਾਇਆ ਜਾਂਦਾ ਇੱਕ ਤਰਾਨਾ ਮੈਨੂੰ ਅਜੇ ਵੀ ਯਾਦ ਹੈ, ਜਿਹਨੂੰ ਉਦੋਂ ਅਸੀਂ ਬੱਚੇ ਗੁਟਕੇ ਵਿਚਲੇ ਸ਼ਬਦਾਂ ਵਾਂਗ ਪੜ੍ਹਦੇ ਸੀ। ਸੁਣ ਸਿੱਖ ਕਲਗੀਧਰ ਦੇ, ਭਾਰਤ ਵਰਸ਼ ਪੁਕਾਰਦਾ, ਦੇਸ਼ ਨੂੰ ਬਚਾਉਣਾ ਕੰਮ ਪਰਉਪਕਾਰ ਦਾ। ਸੁਣ ਸਿੱਖ ਕਲਗੀਧਰ ਦੇ, ਜੋ ਦੇਸ਼ ਤੇਰੇ ਦੀ ਆਨ ਸ਼ਾਨ ਤੇ ਹੱਥ ਉਠਾਉਂਦੇ, ਕਰ ਖਤਮ ਤੋੜਦੇ ਮਾਣ ਤੂੰ ਉਹਨਾਂ ਦੇ ਹੰਕਾਰ ਦਾ, ਦੇਸ਼ ਨੂੰ ਬਚਾਉਣਾ ਕੰਮ ਪਰਉਪਕਾਰ ਦਾ। ਸੁਣ ਸਿੱਖ ਕਲਗੀਧਰ ਦੇ, ਭਾਰਤ ਵਰਸ਼ ਪੁਕਾਰਦਾ। ਇਹੋ ਜਿਹੇ ਹੋਰ ਕਈ ਤਰਾਨੇ ਸਾਰੀ ਫਿਜ਼ਾ 'ਚ ਘੁਲ ਮਿਲ ਗਏ ਸਨ। ਸਾਡੇ ਪਟਿਆਲੇ ਸ਼ਹਿਰ ਦੀ ਰੰਗਤ ਹੀ ਰਿਫਿਊਜ਼ੀਆਂ ਦੇ ਆਉਣ ਨਾਲ ਪੂਰੀ ਦੀ ਪੂਰੀ ਬਦਲ ਗਈ। ਸਾਡੇ ਗੁਆਂਢ 'ਚ ਹੇੜਾਂ ਦੀਆਂ ਹੇੜਾਂ ਬਹਾਵਲਪੁਰੀ ਆ ਵਸੇ ਸਨ। ਉਹਨਾਂ ਦਾ ਪਹਿਰਾਵਾ, ਅਜੀਬ, ਬੋਲੀ, ਓਪਰੀ, ਬਹੁਤ ਕੁਝ ਹੋਰ ਵੀ ਨਵਾਂ ਤੇ ਓਪਰਾ ਲੱਗਦਾ ਸੀ ਸਾਨੂੰ। ਔਰਤਾਂ ਪੇਟੀਕੋਟ ਟਾਈਪ ਦਾ ਤੰਬਾ ਜਿਹਾ ਸਲਵਾਰ ਦੀ ਥਾਂ ਪਹਿਨਦੀਆਂ ਸੀ ਤੇ ਉੱਪਰ ਉੱਚਾ ਜਿਹਾ ਝੱਗਾ। ਮਰਦ ਧੋਤੀ ਕਮੀਜ਼ ਪਹਿਨਦੇ, ਅਜੀਬੋ ਗਰੀਬ ਬੋਲੀਆਂ ਬੋਲਦੇ, ਸਰੋਂ ਦੇ ਤੇਲ ਦੇ ਪਕਵਾਨ ਤਲਦੇ ਤੇ ਸਾਰਾ ਦਿਨ ਖਾਣ ਪੀਣ 'ਚ ਹੀ ਰੁੱਝੇ ਰਹਿੰਦੇ। ਕੁਝ ਝਗੜਾਲੂ ਜਿਹੇ ਲੱਗਦੇ ਸਾਨੂੰ ਇਹ ਲੋਕ। ਦੂਜੇ ਪਾਸੇ ਪਿਸ਼ੌਰੀਏ ਤੇ ਰਾਵਲਪਿੰਡੀਏ ਆ ਵਸੇ ਸਨ, ਖਾਸ ਕਰਕੇ ਸਾਡੇ ਨਾਲ ਧੋਬੀਆਂ ਵਾਲੇ ਘਰ 'ਚ। ਉਹ ਮਿੰਗੀ ਤੁੰਗੀ ਵਾਲੀ ਬੋਲੀ ਬੋਲਦੇ ਸੀ, ਪਰ ਇਹ ਲੋਕ ਰੰਗ ਦੇ ਗੋਰੇ ਸਾਡੇ ਮਾਲਵੀਆਂ ਨਾਲੋਂ ਕਿਤੇ ਸੋਹਣੇ ਸਨ। ਸਿੱਖ ਲੋਕ ਗੋਲ ਬਲੇਵਿਆਂ ਵਾਲੀ ਭਾਰੀ ਜੀ ਪੱਗ ਬੰਨ੍ਹਦੇ ਤੇ ਵੱਡੇ ਘੇਰਿਆਂ ਵਾਲੀਆਂ ਸਲਵਾਰਾਂ ਪਹਿਨਦੇ। ਤੀਵੀਆਂ ਲੁੱਟ ਖਸੁੱਟ ਪਿੱਛੋਂ ਵੀ ਸੋਨਾ ਪਹਿਨਣ ਦੀਆਂ ਸ਼ੌਕੀਨ ਨਜ਼ਰ ਆਉਂਦੀਆਂ ਸਨ। ਗੋਰੀਆਂ, ਸੋਹਣੀਆਂ, ਸੁਨੱਖੀਆਂ, ਪਰ ਦੋਵਾਂ ਪਾਸਿਆਂ ਦੇ ਲੋਕ ਮਿਹਨਤੀ ਬਹੁਤ ਸਨ। ਬਹਾਵਲਪੁਰਨੀਆਂ ਲੋਕਾਂ ਦੇ ਘਰਾਂ ਦੀਆਂ ਚਾਦਰਾਂ ਸਿੰਧੀ ਕਢਾਈ 'ਚ ਕੱਢਦੀਆਂ ਤੇ ਰੋਟੀ ਜੋਗੇ ਪੈਸੇ ਕਮਾ ਲੈਂਦੀਆਂ। ਆਦਮੀ ਉਹਨਾਂ ਦੇ ਮਿਹਨਤ ਮਜ਼ਦੂਰੀ ਲੱਭ ਕੇ ਕੁਛ ਨਾ ਕੁਛ ਕਮਾ ਲਿਆਉਂਦੇ। ਦੂਜੇ ਪਾਸੇ ਪਿਸ਼ੌਰਨਾਂ ਤੇ ਪਿੰਡੀ ਵਾਲੀਆਂ ਲੋਕਾਂ ਦੇ ਸਵੈਟਰ ਬੁਣਦੀਆਂ, ਕੱਪੜੇ ਸਿਉਂਦੀਆਂ, ਪਰ ਨਾਲ ਆਪਣੇ ਸਾਫ਼ ਸੁਥਰੇ ਕੱਪੜਿਆਂ ਦਾ ਪੂਰਾ ਧਿਆਨ ਰੱਖਦੀਆਂ। ਸਾਲ ਭਰ 'ਚ ਇਹ ਲੋਕੀ ਇਉਂ ਲੱਗਣ ਲੱਗ ਪਏ ਜਿਵੇਂ ਇਹ ਕਿੱਧਰੋਂ ਉੱਜੜ ਕੇ ਆਏ ਨਹੀਂ, ਸਗੋਂ ਚਿਰਾਂ ਤੋਂ ਪਟਿਆਲੇ ਸ਼ਹਿਰ ਦੇ ਵਾਸੀ ਹਨ। ਪਰ ਇਹਨਾਂ ਸਭਨਾਂ ਦੀ ਬੋਲੀ ਇਹਨਾਂ ਨੂੰ ਪਟਿਆਲੇ ਵਾਸੀਆਂ ਨਾਲੋਂ ਝੱਟ ਵਿਲੱਖਣ ਕਰਕੇ ਰੱਖ ਦਿੰਦੀ ਸੀ। ਇਹਨਾਂ ਪ੍ਰਵਾਸੀਆਂ ਦੇ ਆਉਣ ਨਾਲ ਪਟਿਆਲੇ ਦੇ ਸਾਰੇ ਗੁਰਦੁਆਰਿਆਂ 'ਚ ਪਾਠ ਤੇ ਸ਼ਬਦ ਕੀਰਤਨ ਦੀਆਂ ਧੁਨਾਂ ਦੀ ਆਵਾਜ਼ ਹੋਰ ਵੀ ਬੁਲੰਦ ਹੋ ਗਈ
ਤੇ ਸਾਰੀਆਂ ਮਸਜਿਦਾਂ ਗੁਰਦੁਆਰਿਆਂ 'ਚ ਬਦਲ ਗਈਆਂ। ਇਉਂ ਪਟਿਆਲੇ ਸ਼ਹਿਰ ਦੀ ਰੌਣਕ ਦੁੱਗਣੀ ਹੋ ਗਈ ਤੇ ਲੋਕੀ ਇੱਕ ਦੂਜੇ ਨਾਲ ਘੁਲ ਮਿਲ ਕੇ ਜੀਵਨ ਨਈਆ ਦੇ ਚੱਪੂ ਚਲਾਉਣ ਲੱਗੇ। ਪਰ ਅਗਲੇ ਹੀ ਵਰ੍ਹੇ ਕੁਦਰਤ ਦੀ ਕਰੋਪੀ ਨੇ ਇਸ ਸ਼ਹਿਰ ਨੂੰ ਫਿਰ ਦਬੋਚ ਲਿਆ ਤੇ ਸਾਉਣ ਦੇ ਮਹੀਨੇ ਵੱਡੀ ਨਦੀ ਦੇ ਬੰਨ੍ਹ ਟੁੱਟਣ ਨਾਲ ਸਾਰੇ ਸ਼ਹਿਰ 'ਚ ਪਾਣੀ ਭਰ ਗਿਆ। ਰਾਤੋਂ ਰਾਤ ਸਾਰਾ ਸ਼ਹਿਰ ਖਾਲੀ ਹੋ ਗਿਆ ਤੇ ਸਟੇਡੀਅਮ ਵੱਲ ਦੀ ਉੱਚੀ ਥਾਂ ਵਿੱਚ ਹੜ੍ਹ ਪੀੜਤਾਂ ਲਈ ਭਾਰੀ ਗਿਣਤੀ 'ਚ ਤੰਬੂ ਗੱਡ ਦਿੱਤੇ ਗਏ। 1.5-2 ਮਹੀਨੇ ਲਈ ਫਿਰ ਸਾਰੇ ਸਕੂਲ ਬੰਦ ਹੋ ਗਏ ਤੇ ਬੱਚਿਆਂ ਦੀਆਂ ਮੌਜਾਂ ਲੱਗ ਗਈਆਂ ਸਨ। ਧੰਨਵਾਦ।